ਮੇਰਾ ਨਾਮ ਆਰੂ ਹੈ। ਮੈਂ 40 ਸਾਲ ਦੀ ਸੀ। ਮੈਂ ਬਹੁਤ ਮੋਟੀ ਸੀ ਤੇ ਮੇਰਾ ਭਾਰ 90 ਕਿਲੋ ਦੇ ਕਰੀਬ ਪਹੁੰਚ ਗਿਆ ਸੀ। ਮੋਟਾਪਾ ਕਾਰਨ ਮੇਰੇ ਨਾਲ ਵਿਆਹ ਕਰਨ ਨੂੰ ਕੋਈ ਤਿਆਰ ਨਹੀਂ ਸੀ। ਇੱਕ ਦਿਨ ਮੇਰੀ ਚਾਚੀ ਨੇ ਮੈਨੂੰ ਇੱਕ ਵਿਸ਼ੇਸ਼ ਦਵਾਈ ਦਿੱਤੀ ਅਤੇ ਮੈਨੂੰ ਕਿਹਾ ਕਿ ਇਸ ਦਵਾਈ ਦੀਆਂ 10 ਬੂੰਦਾਂ ਹਰ ਰਾਤ ਆਪਣੇ ਪੇਟ ਵਿੱਚ ਪਾਓ। ਇਸ ਨਾਲ ਤੁਹਾਡੇ ਸਰੀਰ ਦੀ ਸਾਰੀ ਚਰਬੀ ਖਤਮ ਹੋ ਜਾਵੇਗੀ ਤੇ ਇਸ ਤਰ੍ਹਾਂ ਮੈਂ ਉਹ ਦਵਾਈ ਆਪਣੇ ਪੇਟ ਤੇ ਲਗਾ ਲਈ। ਮੈਨੂੰ ਆਪਣੇ ਆਪ ਦਾ ਹੋਸ਼ ਵੀ ਨਹੀਂ ਰਹਿੰਦਾ ਸੀ। ਪਰ ਚੰਗੀ ਗੱਲ ਇਹ ਸੀ ਕਿ ਮੈਂ ਦਿਨ ਬ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ ਤੇ ਮੇਰਾ ਭਾਰ ਵੀ ਹੌਲੀ-ਹੌਲੀ ਘਟਦਾ ਜਾ ਰਿਹਾ ਸੀ। ਇੱਕ ਦਿਨ ਮੈਨੂੰ ਸ਼ੱਕ ਹੋਇਆ ਤਾਂ ਮੈਂ ਗੁਪਤ ਰੂਪ ਵਿੱਚ ਆਪਣੇ ਕਮਰੇ ਵਿੱਚ ਇੱਕ CCTV ਕੈਮਰਾ ਲਗਵਾਇਆ ਤੇ ਫਿਰ ਦਵਾਈ ਲਗਾਈ ਅਤੇ ਫਿਰ ਸੌਂ ਗਈ। ਸਵੇਰੇ ਉੱਠ ਕੇ ਕੈਮਰੇ ਦੀ ਫੁਟੇਜ ਦੇਖੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਆਪਣੇ ਪਰਿਵਾਰ ਦੀ ਸਭ ਤੋਂ ਵੱਡੀ ਧੀ ਸੀ ਤੇ ਮੇਰਾ ਅਜੇ ਵਿਆਹ ਨਹੀਂ ਹੋਇਆ ਸੀ ਕਿਉਂਕਿ ਮੇਰਾ ਭਾਰ ਬਹੁਤ ਜ਼ਿਆਦਾ ਸੀ। ਮੇਰੇ ਲਈ ਜਿੱਥੋਂ ਵੀ ਰਿਸ਼ਤਾ ਆਉਂਦਾ, ਮੁੰਡੇ ਵਾਲੇ ਮੇਰਾ ਭਾਰ ਦੇਖ ਕੇ ਰਿਸ਼ਤਾ ਕਰਨ ਤੋਂ ਇਨਕਾਰ ਕਰਕੇ ਵਾਪਸ ਚਲੇ ਜਾਂਦੇ। ਹੁਣ ਮੇਰਾ ਦਿਲ ਟੁੱਟਣ ਲੱਗਾ ਕਿਉਂਕਿ ਮੈਂ ਬੁੱਢੀ ਹੋ ਰਹੀ ਸੀ ਤੇ ਹੌਲੀ-ਹੌਲੀ ਮੇਰੇ ਚਿਹਰੇ ਤੇ ਝੁਰੜੀਆਂ ਦਿਖਾਈ ਦੇ ਰਹੀਆਂ ਸੀ। ਮੈਂ ਆਪਣੇ ਮੋਟਾਪੇ ਕਾਰਨ ਬਹੁਤ ਜ਼ਿਆਦਾ ਤਣਾਅ ਲੈਣਾ ਸ਼ੁਰੂ ਕਰ ਦਿੱਤਾ ਤੇ ਇਸ ਤੋਂ ਇਲਾਵਾ ਇਸ ਮੋਟਾਪੇ ਕਾਰਨ ਮੇਰਾ ਵਿਆਹ ਨਹੀਂ ਹੋ ਰਿਹਾ ਸੀ। ਮੇਰੀਆਂ 5 ਭੈਣਾਂ ਮੇਰੇ ਤੋਂ ਛੋਟੀਆਂ ਵਿਆਹੀਆਂ ਹੋਈਆਂ ਸਨ ਤੇ ਸਾਡੇ 6 ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦਾ ਵਿਆਹ ਵੀ ਹੋ ਗਿਆ ਸੀ। ਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਵੱਡੀ ਸੀ ਤੇ ਅਜੇ ਕੁਆਰੀ ਸੀ। ਮੈਂ ਆਪਣਾ ਮੋਟਾਪਾ ਘਟਾਉਣ ਲਈ ਕਈ ਇਲਾਜ ਵੀ ਕਰਨੇ ਸ਼ੁਰੂ ਕਰ ਦਿੱਤੇ। ਜੋ ਕੋਈ ਮੈਨੂੰ ਕਿਸੇ ਡਾਕਟਰ ਬਾਰੇ ਦੱਸਦਾ ਮੈਂ ਉਹੀ ਕਰਦੀ ਸੀ। ਕਿਸੇ ਵੀ ਡਾਕਟਰ ਜਾਂ ਕਿਸੇ ਹੋਮੋਪੈਥੀ ਡਾਕਟਰ ਦੀ ਸਲਾਹ ਲੈਂਦੀ ਸੀ। ਮੈਂ ਹਰ ਉਹ ਚੀਜ਼ ਕੀਤੀ ਜਿਸ ਨਾਲ ਮੇਰਾ ਮੋਟਾਪਾ ਘੱਟ ਹੋ ਸਕਦਾ ਸੀ, ਪਰ ਕੁਝ ਵੀ ਕੰਮ ਨਹੀਂ ਆਇਆ। ਉਨੀ ਦਿਨੀ ਮੇਰੇ ਮਾਂ ਨੇ ਕੁੜੀ ਨੂੰ ਦੇਖ ਕੇ ਮੇਰੇ ਕਾਰਨ ਮੇਰੇ ਛੋਟੇ ਭਰਾ ਦਾ ਵਿਆਹ ਕਰਵਾ ਦਿੱਤਾ ਤੇ ਛੋਟੇ ਭਰਾ ਦੇ ਵਿਆਹ ਵਿੱਚ ਬਹੁਤ ਰੁਕਾਵਟਾਂ ਆ ਰਹੀਆਂ ਸੀ ਅਤੇ ਮੇਰੇ ਭਰਾ ਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਜੇਕਰ ਲੜਕੀ ਦਾ ਪਰਿਵਾਰ ਮੇਰੇ ਭਰਾ ਨੂੰ ਦੇਖਣ ਸਾਡੇ ਘਰ ਆਉਂਦਾ ਤਾਂ ਇੱਥੋਂ ਤੱਕ ਕਿ ਕਹਿ ਜਾਂਦਾ ਕਿ ਜਿਨ੍ਹਾਂ ਦੀਆਂ ਵੱਡੀਆਂ ਭੈਣਾਂ ਦਾ ਵਿਆਹ ਨਹੀਂ ਹੋਇਆ ਉਹ ਭਰਾ ਦੇ ਵਿਆਹੁਤਾ ਜੀਵਨ ਵਿੱਚ ਦਖਲ ਅੰਦਾਜ਼ੀ ਦਿੰਦੀਆਂ ਹਨ, ਜਿਸ ਕਾਰਨ ਪਤੀ ਪਤਨੀ ਵਿੱਚ ਝਗੜੇ ਹੁੰਦੇ ਰਹਿੰਦੇ ਹਨ। ਇਹ ਗੱਲਾਂ ਕਹਿਣ ਤੋਂ ਬਾਅਦ ਲੋਕ ਰਿਸ਼ਤਾ ਖਤਮ ਕਰਕੇ ਚਲੇ ਜਾਂਦੇ ਸਨ ਤੇ ਮੇਰੀ ਮਾਂ ਸੋਚਦੀ ਸੀ ਕਿ ਧੀ ਦਾ ਵਿਆਹ ਫਿਰ ਹੋ ਜਾਵੇਗਾ, ਪਹਿਲਾਂ ਬੇਟੇ ਦਾ ਵਿਆਹ ਕਰਵਾ ਦੇਵਾਂਗੀ ਤਾਂ ਜੋ ਘਰ ਆ ਜਾਵੇ ਤੇ ਕੋਈ ਨਾ ਕੋਈ ਨਵਾਂ ਰਿਸ਼ਤਾ ਜ਼ਰੂਰ ਨਿਗਾਹ ਵਿੱਚ ਆ ਜਾਵੇਗਾ। ਫਿਰ ਕਿਸੇ ਤਰ੍ਹਾਂ ਇੱਕ ਦਿਨ ਮੇਰੇ ਭਰਾ ਦਾ ਰਿਸ਼ਤਾ ਹੋ ਗਿਆ। ਜਦੋਂ ਸਾਡੀ ਭਾਬੀ ਘਰ ਆਈ ਤਾਂ ਮੈਂ ਉਸ ਵੱਲ ਵੇਖਦੀ ਹੀ ਰਹਿ ਗਈ ਕਿਉਂਕਿ ਮੇਰੀ ਭਾਬੀ ਬਹੁਤ ਸੋਹਣੀ, ਗੋਰੀ ਚਿੱਟੀ ਅਤੇ ਚੁਸਤ ਚਲਾਕ ਕੁੜੀ ਸੀ। ਉਸ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਈ, ਪਰ ਉਸ ਨੂੰ ਦੇਖ ਕੇ ਮੈਨੂੰ ਬਹੁਤ ਗਿਲਟੀ ਮਹਿਸੂਸ ਹੋ ਰਿਹਾ ਸੀ। ਮੇਰੇ ਪਿਤਾ ਜੀ ਦੇ 2 ਭਰਾ ਸਨ। ਅਸੀਂ ਆਪਣੇ ਦਾਦਾ ਜੀ ਦੇ ਘਰ ਰਹਿੰਦੇ ਸੀ ਜੋ ਕਦੇ ਸਾਡੇ ਪਿਤਾ ਜੀ ਦਾ ਘਰ ਸੀ ਅਤੇ ਸਾਡੇ ਘਰ ਵਿੱਚ ਹੀ ਚਾਚਾ ਚਾਚੀ ਲਈ ਇੱਕ ਕਮਰਾ ਵੀ ਬਣਵਾ ਦਿੱਤਾ ਗਿਆ ਸੀ। ਚਾਚਾ ਚਾਚੀ ਦੂਜੇ ਸ਼ਹਿਰ ਵਿੱਚ ਕੰਮ ਕਰਦੇ ਸੀ, ਇਸ ਲਈ ਚਾਚੀ ਵੀ ਉਸ ਨਾਲ ਦੂਜੇ ਸ਼ਹਿਰ ਵਿੱਚ ਰਹਿੰਦੀ ਸੀ। ਮੇਰੇ ਚਾਚਾ ਤੇ ਚਾਚੀ ਦੇ ਵਿਆਹ ਨੂੰ 1 ਸਾਲ ਹੋ ਗਿਆ ਸੀ ਤੇ ਮੇਰੇ ਚਾਚਾ ਜੀ ਦੇ ਵਿਆਹ ਤੇ 1 ਮਹੀਨੇ ਦੇ ਅੰਦਰ ਮੇਰੇ ਚਾਚਾ ਜੀ ਮੇਰੀ ਚਾਚੀ ਨੂੰ ਆਪਣੇ ਨਾਲ ਸ਼ਹਿਰ ਲੈ ਗਏ ਜਿੱਥੇ ਉਹ ਕੰਮ ਕਰਦੇ ਸੀ ਤੇ ਉੱਥੇ ਹੀ ਸ਼ਿਫਟ ਹੋ ਗਏ। ਮੇਰੀ ਚਾਚੀ ਬਹੁਤ ਸੋਹਣੀ ਅਤੇ ਪਤਲੀ ਸੀ। ਹੁਣ ਕੁਝ ਦਿਨ ਪਹਿਲਾਂ ਮੈਨੂੰ ਉਹਨਾਂ ਦਾ ਫੋਨ ਆਇਆ ਸੀ ਕਿ ਉਹ ਦੁਬਾਰਾ ਸਾਡੇ ਘਰ ਸ਼ਿਫਟ ਹੋਣ ਲਈ ਆ ਰਹੇ ਹਨ। ਇਸ ਲਈ ਅਸੀਂ ਉਹਨਾਂ ਦਾ ਕਮਰਾ ਖੋਲ੍ਹਿਆ ਅਤੇ ਉਹਨਾਂ ਦੇ ਕਮਰੇ ਦੀ ਚੰਗੀ ਤਰ੍ਹਾਂ ਸਫਾਈ ਕੀਤੀ। 10 ਦਿਨਾਂ ਬਾਅਦ ਉਹ ਆਪਣੇ ਕਮਰੇ ਵਿੱਚ ਰਹਿਣ ਲਈ ਆ ਗਏ। ਜਦੋਂ ਆਂਟੀ ਘਰ ਆਈ ਤਾਂ ਦੇਖਿਆ ਕਿ ਆਂਟੀ ਪਹਿਲਾਂ ਨਾਲੋਂ ਵੀ ਸੋਹਣੀ ਹੋ ਗਈ ਸੀ। ਮੈਂ ਉਸ ਦੀ ਸੁੰਦਰਤਾ ਤੇ ਚੁਸਤੀ ਦਾ ਰਾਜ਼ ਜਾਣਨਾ ਚਾਹੁੰਦੀ ਸੀ ਕਿਉਂਕਿ ਆਂਟੀ ਮੁੰਬਈ ਵਰਗੇ ਸ਼ਹਿਰ ਤੋਂ ਆਈ ਸੀ ਤੇ ਉੱਥੋਂ ਦੇ ਸਾਰੇ ਲੜਕੇ ਲੜਕੀਆਂ ਬਹੁਤ ਸਮਾਰਟ ਅਤੇ ਫਿੱਟ ਹੁੰਦੇ ਹਨ। ਆਂਟੀ ਸਿਰਫ 1 ਮਹੀਨੇ ਦੀ ਦੁਲਹਨ ਸੀ ਜਦੋਂ ਉਹ ਆਪਣੇ ਪਤੀ ਨਾਲ ਮੁੰਬਈ ਸ਼ਿਫਟ ਹੋ ਗਈ ਸੀ, ਇਸ ਲਈ ਉਸ ਨਾਲ ਜ਼ਿਆਦਾ ਗੱਲ ਨਹੀਂ ਕਰ ਸਕੇ। ਹਾਂ, ਪਰ ਅਸੀਂ ਕਈ ਵਾਰ ਫੋਨ ਤੇ ਗੱਲ ਕਰਦੇ ਸੀ। ਕੁਝ ਦਿਨ ਹੀ ਹੋਏ ਸਨ ਕਿ ਚਾਚਾ ਤੇ ਚਾਚੀ ਦੋਵੇਂ ਘਰ ਵਿੱਚ ਸ਼ਿਫਟ ਹੋ ਗਏ ਤੇ ਹੁਣ ਚਾਚੇ ਦਾ ਦੁਬਾਰਾ ਮੁੰਬਈ ਜਾਣ ਦਾ ਕੋਈ ਇਰਾਦਾ ਨਹੀਂ ਸੀ। ਮੇਰੀ ਚਾਚੀ ਦਾ ਨਾਨਕਾ ਘਰ ਉਦੈਪੁਰ ਸੀ ਤੇ ਅਸੀਂ ਸਾਰੇ ਉਦੈਪੁਰ ਵਿੱਚ ਹੀ ਰਹਿੰਦੇ ਸੀ। ਚਾਚਾ ਅਤੇ ਚਾਚੀ ਦਾ ਪ੍ਰੇਮ ਵਿਆਹ ਹੋਇਆ ਸੀ ਤੇ ਉਹਨਾਂ ਨੇ ਆਪਣੇ ਸ਼ਹਿਰ ਦੀ ਇੱਕ ਲੜਕੀ ਨਾਲ ਵਿਆਹ ਕਰਵਾ ਲਿਆ। ਕੁਝ ਦਿਨ ਹੀ ਬੀਤੇ ਸੀ ਅਤੇ ਮੇਰੀ ਚਾਚੀ ਨਾਲ ਚੰਗੀ ਦੋਸਤੀ ਹੋ ਗਈ। ਭਾਬੀ ਮੇਰੇ ਨਾਲ ਘੱਟ ਹੀ ਗੱਲ ਕਰਦੀ ਸੀ। ਮੇਰੀ ਭਾਬੀ ਵੀ ਬਹੁਤ ਸੋਹਣੀ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਉਸ ਨੂੰ ਕਿਸ ਗੱਲ ਦਾ ਘਮੰਡ ਰਹਿੰਦਾ। ਉਸ ਨੂੰ ਮੇਰੇ ਨਾਲ ਗੱਲ ਕਰਨਾ ਬਿਲਕੁਲ ਵੀ ਪਸੰਦ ਨਹੀਂ ਸੀ, ਪਰ ਚਾਚੀ ਦੀਆਂ ਬਹੁਤ ਚੰਗੀਆਂ ਆਦਤਾਂ ਸਨ ਤੇ ਉਹ ਹੌਲੀ-ਹੌਲੀ ਮੇਰੇ ਨਾਲ ਦੋਸਤ ਬਣ ਗਈ। ਪਰ ਸਾਡੀ ਦੋਸਤੀ ਕਾਫੀ ਹੱਦ ਤੱਕ ਵੱਧ ਗਈ ਸੀ। ਮੈਂ ਹਮੇਸ਼ਾ ਚਾਚੀ ਤੋਂ ਮੁੰਬਈ ਬਾਰੇ ਪੁੱਛਦੀ ਰਹਿੰਦੀ ਤੇ ਉਹਨਾਂ ਦੀ ਫਿਟਨੈਸ ਦਾ ਰਾਜ਼ ਜਾਣਨਾ ਚਾਹੁੰਦੀ ਸੀ।
ਹੁਣ ਚਾਚੀ ਮੈਨੂੰ ਕਹਿੰਦੀ ਸੀ ਕਿ ਤੂੰ ਵੀ ਜਲਦੀ ਵਿਆਹ ਕਰਾ ਲਾ। ਮੈਂ ਚਾਚੀ ਨੂੰ ਪੁੱਛਦੀ ਸੀ ਕਿ ਮੈਂ ਵਿਆਹ ਕਿਵੇਂ ਕਰਾਂ, ਮੇਰੇ ਕੋਲ ਤੁਹਾਡੇ ਵਰਗੀ ਸੁੰਦਰਤਾ ਨਹੀਂ ਆ, ਮੇਰਾ ਭਾਰ ਇੰਨਾ ਕਿ ਕੋਈ ਵੀ ਮੇਰੇ ਵੱਲ ਤੱਕਦਾ ਹੀ ਨਹੀਂ। ਚਾਚੀ ਕਹਿਣ ਲੱਗੀ ਕਿ ਇਸ ਵਿੱਚ ਵੱਡੀ ਗੱਲ ਨਹੀਂ ਆ, ਚਿੰਤਾ ਨਾ ਕਰ, ਸਭ ਕੁਝ ਠੀਕ ਹੋ ਜਾਵੇਗਾ, ਮੈਂ ਤੇਰਾ ਸਾਰਾ ਇਲਾਜ ਕਰਾਂਗੀ। ਮੈਂ ਹੈਰਾਨੀ ਨਾਲ ਚਾਚੀ ਵੱਲ ਵੇਖਣ ਲੱਗੀ। ਚਾਚੀ ਮੇਰਾ ਕਿਹੋ ਜਿਹਾ ਇਲਾਜ ਕਰੇਗੀ? ਚਾਚੀ ਨੇ ਕਿਹਾ ਕਿ ਤੁਸੀਂ ਹੁਣੇ ਮੇਰੇ ਨਾਲ ਡਾਕਟਰ ਦੇ ਕਲੀਨਿਕ 'ਚ ਚੱਲੋ, ਮੈਂ ਇੱਥੇ ਇੱਕ ਬਹੁਤ ਚੰਗੇ ਡਾਕਟਰ ਨੂੰ ਜਾਣਦੀ ਹਾਂ। ਚਾਚੀ ਦੀ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਅੱਜ ਪਹਿਲੀ ਵਾਰ ਕਿਸੇ ਨੇ ਮੈਨੂੰ ਡਾਕਟਰ ਦੇ ਕੋਲ ਜਾਣ ਲਈ ਕਿਹਾ ਸੀ। ਨਹੀਂ ਤਾਂ ਸਾਰੇ ਇਹੀ ਕਹਿੰਦੇ ਸੀ ਕਿ ਤੂੰ ਬਹੁਤ ਜ਼ਿਆਦਾ ਖਾਂਦੀ ਆ, ਇਸ ਲਈ ਤੂੰ ਬਹੁਤ ਮੋਟੀ ਹੋ ਰਹੀ ਆ, ਜੇਕਰ ਤੂੰ ਥੋੜਾ ਜਿਹਾ ਡਾਈਟ ਕਰਕੇ ਦੇਖੇ ਤਾਂ ਤੂੰ ਠੀਕ ਹੋ ਜਾਵੇਗੀ। ਪਰ ਚਾਚੀ ਮੈਨੂੰ ਚੁੱਪਚਾਪ ਘਰੋਂ ਬਾਹਰ ਲੈ ਗਈ ਤੇ ਫਿਰ ਉਸਨੇ ਇੱਕ ਆਟੋ ਰੋਕਿਆ ਤੇ ਮੈਨੂੰ ਆਟੋ ਵਿੱਚ ਬੈਠਣ ਲਈ ਕਿਹਾ। ਇਸ ਤੋਂ ਬਾਅਦ ਉਸਨੇ ਕਿਹਾ ਕਿ ਮੈਂ ਤੈਨੂੰ ਡਾਕਟਰ ਕੋਲ ਲੈ ਕੇ ਜਾਂਦੀ ਹਾਂ। ਮੈਂ ਬੜੀ ਖੁਸ਼ੀ ਨਾਲ ਆਂਟੀ ਨਾਲ ਆਟੋ 'ਚ ਬੈਠ ਗਈ। ਕਰੀਬ 15 ਮਿੰਟਾਂ ਦਾ ਸਫ਼ਰ ਕਰਨ ਤੋਂ ਬਾਅਦ ਅਸੀਂ ਇੱਕ ਵੱਡੇ ਕਲੀਨਿਕ ਤੋਂ ਸਾਹਮਣੇ ਪਹੁੰਚ ਗਏ, ਪਰ ਮੈਂ ਬਹੁਤ ਹੈਰਾਨ ਸੀ। ਇਸ ਕਲੀਨਿਕ ਦੇ ਸਾਹਮਣੇ ਕੋਈ ਬੋਰਡ ਆਦਿ ਨਹੀਂ ਸੀ ਤੇ ਨਾ ਹੀ ਕਲੀਨਿਕ ਵਿੱਚ ਬਹੁਤੇ ਲੋਕ ਸਨ। ਮੇਰੇ ਵਰਗੀਆਂ ਕੁਝ 2-4 ਔਰਤਾਂ ਬਾਹਰ ਬੈਠੀਆਂ ਸਨ ਤੇ ਉਹਨਾਂ ਔਰਤਾਂ ਦੇ ਚਿਹਰੇ ਤੇ ਵੱਡੇ ਵੱਡੇ ਦਾਗ ਸਨ, ਜਿਨ੍ਹਾਂ ਨੂੰ ਦੇਖ ਕੇ ਮੈਨੂੰ ਲੱਗਾ ਕਿ ਮੇਰਾ ਮੋਟਾਪਾ ਜ਼ਿਆਦਾ ਠੀਕ ਆ, ਕਿਉਂਕਿ ਉਹਨਾਂ ਦੀ ਹਾਲਤ ਮੇਰੇ ਨਾਲੋਂ ਵੀ ਮਾੜੀ ਸੀ। ਕੁਝ ਦੇਰ ਬਾਅਦ ਇੱਕ ਕੁੜੀ ਅੰਦਰ ਆਈ ਤੇ ਉਹ ਉਸ ਕਮਰੇ ਵਿੱਚ ਬੈਠੀਆਂ ਸਾਰੀਆਂ ਔਰਤਾਂ ਵੱਲ ਦੇਖਣ ਲੱਗੀ। ਫਿਰ ਜਦੋਂ ਉਸ ਕੁੜੀ ਦੀ ਨਜ਼ਰ ਮੇਰੇ ਤੇ ਪਈ ਤਾਂ ਉਹ ਬੜੇ ਅਜੀਬ ਤਰੀਕੇ ਨਾਲ ਮੁਸਕਰਾਈ, ਮੇਰੀ ਚਾਚੀ ਵੱਲ ਇਸ਼ਾਰਾ ਕੀਤਾ। ਚਾਚੀ ਨੇ ਇਸ਼ਾਰਿਆਂ ਰਾਹੀਂ ਉਸ ਨੂੰ ਕੁਝ ਕਿਹਾ ਤੇ ਮੇਰੇ ਨਾਲ ਬਾਹਰ ਆ ਗਈ। ਉਹ ਔਰਤ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ। ਚਾਚੀ ਨੇ ਮੈਨੂੰ ਕਿਹਾ ਕਿ ਇਹ ਔਰਤ ਤੈਨੂੰ ਜੋ ਵੀ ਪੁੱਛੇਗੀ ਤੂੰ ਸਿੱਧਾ ਸਿੱਧਾ ਜਵਾਬ ਦੇ ਦੇਈਂ ਅਤੇ ਇਹ ਲੜਕੀ ਨਾਲ ਤਾਂ ਤੈਨੂੰ ਕਿਸੇ ਡਾਕਟਰ ਕੋਲ ਲੈ ਕੇ ਜਾਵੇਗੀ ਜੋ ਤੇਰੀਆਂ ਹਰ ਮੁਸ਼ਕਲਾਂ ਦਾ ਹੱਲ ਕਰ ਦੇਵੇਗੀ। ਮੈਨੂੰ ਘੱਟ ਹੀ ਪਤਾ ਸੀ ਕਿ ਮੇਰੀ ਕਿਸਮਤ ਬਦਲਣ ਵਾਲੀ ਆ। ਮੈਂ ਆਪਣੀ ਚਾਚੀ ਤੇ ਭਰੋਸਾ ਕਰਕੇ ਵੱਡੀ ਗਲਤੀ ਕਰਨ ਵਾਲੀ ਸੀ। ਉਹ ਕੁੜੀ ਮੈਨੂੰ ਆਪਣੇ ਨਾਲ ਕਮਰੇ 'ਚ ਲੈ ਗਈ। ਚਾਚੀ ਵੀ ਉੱਥੇ ਮੌਜੂਦ ਨਹੀਂ ਸੀ। ਕੁੜੀ ਮੈਨੂੰ ਕਹਿਣ ਲੱਗੀ ਕਿ ਸਾਨੂੰ ਤੇਰੇ ਮੋਟਾਪੇ ਦਾ ਤੋਲ ਕਰਨਾ ਪਵੇਗਾ ਤਾਂ ਕਿ ਤੇਰੇ ਸਰੀਰ ਵਿੱਚ ਕਿੰਨਾ ਪਾਣੀ ਆ ਤੇ ਕਿੰਨੀ ਚਰਬੀ ਆ। ਤੂੰ ਇਸ ਬੈੱਡ ਤੇ ਲੇਟ ਜਾ, ਮੈਂ ਮਸ਼ੀਨ ਲੈ ਕੇ ਆਉਂਦੀ ਆ। ਮੈਂ ਬਹੁਤ ਹੈਰਾਨੀ ਵਿੱਚ ਸੀ, ਪਰ ਚਾਚੀ ਨੇ ਮੈਨੂੰ ਕਿਹਾ ਸੀ ਕਿ ਚੁੱਪਚਾਪ ਇਸ ਔਰਤ ਦਾ ਕਹਿਣਾ ਮੰਨੀ ਅਤੇ ਜੋ ਵੀ ਉਹ ਕਹੇ ਉਹੀ ਕਰਦੀ ਰਹੀਂ। ਅਜਿਹਾ ਨਾ ਹੋਵੇ ਕਿ ਬਾਅਦ ਵਿੱਚ ਕੋਈ ਸਮੱਸਿਆ ਪੈਦਾ ਹੋ ਜਾਵੇ। ਮੈਂ ਕੁੜੀ ਦੇ ਕਹਿਣ ਅਨੁਸਾਰ ਝੱਟ ਅੱਖਾਂ ਬੰਦ ਕਰ ਲਈਆਂ ਤੇ ਮੰਜੇ ਤੇ ਲੇਟ ਗਈ। ਇਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਹੋਇਆ। ਕੁਝ ਸਮੇਂ ਬਾਅਦ ਮੈਨੂੰ ਥੋੜੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ। ਸ਼ਾਇਦ ਉਹ ਔਰਤ ਕਮਰੇ ਵਿੱਚ ਆਈ ਸੀ। ਫਿਰ ਕੀ ਹੋਇਆ, ਕਿਸੇ ਨੇ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ। ਮੈਂ ਬਹੁਤ ਡਰੀ ਹੋਈ ਸੀ ਕਿਉਂਕਿ ਉਸ ਸਮੇਂ ਚਾਚੀ ਵੀ ਮੇਰੇ ਨਾਲ ਨਹੀਂ ਸੀ। ਪੱਟੀ ਬੰਨ੍ਹਣ ਤੋਂ ਬਾਅਦ ਮੈਨੂੰ ਕੁਝ ਵੀ ਮਹਿਸੂਸ ਨਹੀਂ ਹੋਇਆ। ਮੇਰੀਆਂ ਅੱਖਾਂ ਸਾਹਮਣੇ ਪੂਰਾ ਹਨੇਰਾ ਛਾਇਆ ਹੋਇਆ ਸੀ। ਜਦੋਂ ਮੇਰੀ ਪੱਟੀ ਹਟਾਈ ਗਈ ਮੈਂ ਬਿਲਕੁਲ ਉਹੀ ਸੀ, ਮੇਰੇ ਵਿੱਚ ਕੋਈ ਬਦਲਾਅ ਨਹੀਂ ਆਇਆ ਸੀ ਤੇ ਉਸਨੇ ਲਗਭਗ 20 ਮਿੰਟ ਤੱਕ ਇਲਾਜ ਕੀਤਾ, ਪਰ ਮੈਂ ਆਪਣੇ ਸਾਰੇ ਸਰੀਰ ਵਿੱਚ ਖੁਰਕ ਮਹਿਸੂਸ ਕਰ ਰਹੀ ਸੀ। ਮੈਂ ਔਰਤ ਨੂੰ ਪੁੱਛਿਆ ਕਿ ਇਹ ਕੀ ਆ, ਮੈਨੂੰ ਖਾਰਿਸ਼ ਕਿਉਂ ਹੋ ਰਹੀ ਆ, ਤਾਂ ਤੁਸੀਂ ਲੋਕਾਂ ਨੇ ਮੇਰੇ ਨਾਲ ਕੀ ਕੀਤਾ? ਉਹ ਕਹਿਣ ਲੱਗੀ ਮੈਂ ਤੇਰਾ ਅਲਟਰਾਸਾਊਂਡ ਕੀਤਾ। ਇਸ ਵਿੱਚ ਹੈਰਾਨੀ ਵਾਲੀ ਕੀ ਗੱਲ ਆ? ਅਲਟਰਾਸਾਊਂਡ ਦੇ ਸੰਬੰਧ ਵਿੱਚ ਮੇਰੇ ਦਿਮਾਗ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਚੱਲਣ ਲੱਗੀਆਂ। ਅਲਟਰਾਸਾਊਂਡ ਉਹਨਾਂ ਗਰਭਵਤੀ ਔਰਤਾਂ ਲਈ ਕੀਤਾ ਜਾਂਦਾ ਜੋ ਬੱਚੇ ਨੂੰ ਜਨਮ ਦੇਣ ਵਾਲੀਆਂ ਹਨ, ਜਾਂ ਅਲਟਰਾਸਾਊਂਡ ਲਈ ਪੇਟ ਤੇ ਮੋਟਾ ਤਰਲ ਪਦਾਰਥ ਲਗਾਇਆ ਜਾਂਦਾ। ਅਲਟਰਾਸਾਊਂਡ ਕਰਨ ਵਾਲੀ ਮਸ਼ੀਨ ਵੀ ਵੱਖਰੀ ਹੁੰਦੀ ਆ। ਇਸ ਔਰਤ ਨੇ ਤਾਂ ਮੈਨੂੰ ਛੂਹਿਆ ਤੱਕ ਨਹੀਂ। ਫਿਰ ਕਿਸ ਤਰ੍ਹਾਂ ਦਾ ਅਲਟਰਾਸਾਊਂਡ ਕੀਤਾ ਜਾ ਰਿਹਾ ਸੀ ਜੋ ਬਿਨਾਂ ਦੇਖੇ ਕੀਤਾ ਗਿਆ? ਇਹ ਸਭ ਬਹੁਤ ਅਜੀਬ ਲੱਗ ਰਿਹਾ ਸੀ। ਫਿਰ ਉਸਨੇ ਮੈਨੂੰ ਆਪਣੇ ਸਾਹਮਣੇ ਬਿਠਾ ਲਿਆ ਤੇ ਮੇਰੇ ਨਾਲ ਗੱਲਾਂ ਕਰਨ ਲੱਗੀ ਤੇ ਕਹਿਣ ਲੱਗੀ ਕਿ ਤੂੰ ਕਦੋਂ ਤੋਂ ਮੋਟੀ ਹੋਈ ਆ ਤੇ ਕਿੰਨਾ ਖਾਣਾ ਖਾਂਦੀ ਆ। ਮੇਰੇ ਸਾਰੇ ਸਵਾਲਾਂ ਦੇ ਜਵਾਬ ਇੱਕ ਕਾਗਜ਼ ਤੇ ਲਿਖੇ ਜਾ ਰਹੇ ਸੀ। ਸਾਰੇ ਵੇਰਵੇ ਲੈਣ ਤੋਂ ਬਾਅਦ ਉਸਨੇ ਮੈਨੂੰ ਕਿਹਾ ਕਿ ਹੁਣ ਬਾਹਰ ਜਾਓ ਤੇ ਆਪਣੀ ਚਾਚੀ ਨੂੰ ਅੰਦਰ ਭੇਜੋ। ਮੈਂ ਡਰਦੀ ਹੋਈ ਬਾਹਰ ਚਲੀ ਗਈ। ਮੈਨੂੰ ਨਹੀਂ ਪਤਾ ਸੀ ਕਿ ਮੇਰਾ ਭਾਰ ਘਟ ਸਕੇਗਾ ਜਾਂ ਨਹੀਂ। ਬਾਹਰ ਜਾਣ ਤੋਂ ਬਾਅਦ ਮੈਂ ਚਾਚੀ ਨੂੰ ਕਿਹਾ ਕਿ ਉਹ ਤੁਹਾਨੂੰ ਅੰਦਰ ਬੁਲਾ ਰਹੀ ਆ, ਤਾਂ ਚਾਚੀ ਕਮਰੇ 'ਚ ਚਲੀ ਗਈ। ਜਦੋਂ ਮੈਂ ਦਰਵਾਜ਼ੇ ਤੋਂ ਬਾਹਰ ਖੜੀ ਸੀ ਤਾਂ ਮੈਨੂੰ ਚਾਚੀ ਅਤੇ ਉਸ ਔਰਤਾਂ ਦੀਆਂ ਗੱਲਾਂ ਕਰਨ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਤੇ ਫਿਰ ਮੈਨੂੰ ਅੰਦਰੋਂ ਹਾਸਾ ਵੀ ਸੁਣਾਈ ਦਿੱਤਾ। ਤਾਂ ਮੈਂ ਹੈਰਾਨ ਸੀ ਕਿ ਚਾਚੀ ਇਸ ਔਰਤ ਨੂੰ ਹੁਣੇ ਹੀ ਮਿਲੀ ਸੀ ਜਾਂ ਉਸ ਨੂੰ ਪਹਿਲਾਂ ਤੋਂ ਜਾਣਦੀ ਸੀ। ਦੋਹਾਂ ਦਾ ਹੱਸਣਾ ਬਾਹਰ ਸੁਣਿਆ ਜਾ ਸਕਦਾ ਸੀ। ਫਿਲਹਾਲ ਮੈਂ ਕੁਝ ਨਹੀਂ ਕਰ ਸਕਦੀ ਸੀ। ਇੱਥੇ ਮੇਰੀ ਚਾਚੀ ਹੀ ਮੇਰਾ ਸਭ ਕੁਝ ਸੀ
ਕਿਉਂਕਿ ਮੈਂ ਇਸ ਕਲੀਨਿਕ ਵਿੱਚ ਆਪਣੀ ਚਾਚੀ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਜਾਣਦੀ ਸੀ। ਕੁਝ ਦੇਰ ਬਾਅਦ ਚਾਚੀ ਕਮਰੇ ਤੋਂ ਬਾਹਰ ਆਈ ਤਾਂ ਉਸਦੇ ਚਿਹਰੇ ਤੇ ਪੂਰੀ ਤਰ੍ਹਾਂ ਦੀ ਚੁੱਪ ਦੇ ਭਾਵ ਸੀ। ਉਹ ਮੈਨੂੰ ਕਹਿਣ ਲੱਗੀ, ਚਲੋ ਜਲਦੀ ਘਰ ਚੱਲਦੇ ਆਂ, ਬਹੁਤ ਦੇਰ ਹੋ ਗਈ ਆ, ਤੇਰਾ ਚਾਚਾ ਵੀ ਆਉਂਦਾ ਹੋਵੇਗਾ। ਮੈਂ ਚਾਚੀ ਦੀ ਇਸ ਕਾਹਲੀ ਨੂੰ ਸਮਝ ਨਹੀਂ ਸਕੀ। ਮੈਂ ਉਸ ਦਾ ਪਿੱਛਾ ਕੀਤਾ। ਚਾਚੀ ਤੁਰੰਤ ਸੜਕ ਤੇ ਇੱਕ ਆਟੋ ਤੇ ਗਈ ਤੇ ਉਸ ਵਿੱਚ ਬੈਠ ਗਈ। ਚਾਚੀ ਨੇ ਪੂਰੇ ਰਸਤੇ ਮੇਰੇ ਨਾਲ ਗੱਲ ਨਹੀਂ ਕੀਤੀ। ਉਹ ਬਹੁਤ ਚੁੱਪਚਾਪ ਬੈਠੀ ਹੋ ਸਕਦਾ ਸੀ ਕਿ ਉਹ ਕਿਸੇ ਬਾਰੇ ਗੱਲ ਕਰਨ ਦੇ ਬਾਰੇ ਸੋਚ ਰਹੀ ਹੋਵੇ, ਪਰ ਉਹ ਸਾਰੇ ਰਾਹ ਚੁੱਪ ਰਹੀ। ਕੁਝ ਸਮੇਂ ਬਾਅਦ ਆਪਣੇ ਘਰ ਪਹੁੰਚ ਗਈਆਂ। ਚਾਚੀ ਨੇ ਆਟੋ ਚਾਲਕ ਨੂੰ ਪੈਸੇ ਦੇ ਕੇ ਵਾਪਸ ਭੇਜ ਦਿੱਤਾ, ਪਰ ਆਟੋ ਚਾਲਕ ਮੇਰੇ ਵੱਲ ਬਹੁਤ ਹੀ ਪਛਤਾਵੇ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਇੰਜ ਜਾਪਦਾ ਸੀ ਜਿਵੇਂ ਉਹ ਸਭ ਕੁਝ ਜਾਣਦਾ ਹੋਵੇ ਤੇ ਮੈਨੂੰ ਕੁਝ ਦੱਸਣਾ ਚਾਹੁੰਦਾ ਹੋਵੇ। ਉਸਨੇ ਮੈਨੂੰ ਬੋਲ ਵੀ ਮਾਰਿਆ ਸੀ, ਰੁਕ ਕੇ ਭੈਣ ਜੀ, ਮੇਰੀ ਗੱਲ ਸੁਣੋ। ਫਿਰ ਚਾਚੀ ਨੇ ਉਸਨੂੰ ਝਿੜਕ ਕੇ ਉੱਥੋਂ ਭਜਾ ਦਿੱਤਾ। ਮੈਂ ਬਹੁਤ ਪਰੇਸ਼ਾਨ ਸੀ। ਮੇਰਾ ਦਿਲ ਚਾਹੁੰਦਾ ਸੀ ਕਿ ਚਾਚੀ ਤੋਂ ਸਭ ਕੁਝ ਪੁੱਛ ਲਵਾਂ, ਪਰ ਕੀ ਕਰ ਸਕਦੀ ਸੀ। ਮੇਰਾ ਭਾਰ ਬਹੁਤ ਵੱਧ ਗਿਆ ਸੀ। ਹੁਣ ਚਾਚੀ ਨੇ ਹੀ ਮੇਰਾ ਇਲਾਜ ਕਰਵਾਉਣਾ ਸੀ। ਜਿਵੇਂ ਹੀ ਅਸੀਂ ਘਰ ਦੇ ਅੰਦਰ ਆਏ, ਚਾਚੀ ਮੈਨੂੰ ਕੁਝ ਦੱਸਣ ਦੀ ਬਜਾਏ ਸਿੱਧਾ ਆਪਣੇ ਕਮਰੇ ਦੇ ਅੰਦਰ ਚਲੀ ਗਈ। ਮੈਂ ਵੀ ਉਸਦੇ ਪਿੱਛੇ ਉਸਦੇ ਕਮਰੇ 'ਚ ਤੁਰ ਪਈ। ਹੋ ਸਕਦਾ ਕਿ ਹੁਣ ਉਹ ਮੈਨੂੰ ਮੇਰੇ ਇਲਾਜ ਬਾਰੇ ਕੁਝ ਦੱਸੇ, ਪਰ ਜਿਵੇਂ ਹੀ ਉਹ ਆਪਣੇ ਕਮਰੇ 'ਚ ਗਈ, ਉਸਨੇ ਝੱਟ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ। ਮੈਂ ਉੱਥੇ ਖੜੀ ਪਾਗਲਾਂ ਵਾਂਗ ਉਸ ਵੱਲ ਦੇਖਦੀ ਰਹੀ। ਕਾਫੀ ਦੇਰ ਤੱਕ ਮੈਂ ਉਸਦੇ ਕਮਰੇ ਦੇ ਦਰਵਾਜ਼ੇ ਦੇ ਬਾਹਰ ਖੜੀ ਉਸਦੀ ਉਡੀਕ ਕਰਦੀ ਰਹੀ। ਕੁਝ ਸਮੇਂ ਬਾਅਦ ਚਾਚੀ ਬਾਹਰ ਆਈ ਤੇ ਮੈਨੂੰ ਕਿਹਾ, ਮੈਂ ਅੱਜ ਬਹੁਤ ਖੁਸ਼ ਹਾਂ, ਤੇਰਾ ਇਲਾਜ ਜ਼ਰੂਰ ਹੋਵੇਗਾ। ਚਾਚੀ ਦੀ ਇਹ ਗੱਲ ਸੁਣ ਕੇ ਮੈਂ ਖੁਸ਼ ਹੋਈ ਅਤੇ ਹੁਣ ਮੇਰਾ ਇਲਾਜ ਸ਼ੁਰੂ ਹੋ ਜਾਵੇਗਾ ਤੇ ਮੈਂ ਵੀ ਸੋਹਣੀ ਤੇ ਸਮਾਰਟ ਦਿਖਣ ਲੱਗ ਜਾਵਾਂਗੀ। ਤੇ ਚਾਚੀ ਦੇ ਚਿਹਰੇ ਤੇ ਖੁਸ਼ੀ ਦੇ ਹਾਵ ਭਾਵ ਦਿਖਾਈ ਦੇ ਰਹੇ ਸੀ। ਉਸਨੇ ਮੈਨੂੰ ਆਪਣੇ ਪਰਸ ਚੋਂ 2000 ਰੁਪਏ ਕੱਢ ਕੇ ਕਿਹਾ, ਜੋ ਤੇਰਾ ਦਿਲ ਚਾਹੇ ਖਾ ਲਾ। ਮੈਂ ਇਹ ਸੁਣ ਕੇ ਪਰੇਸ਼ਾਨ ਹੋ ਗਈ ਅਤੇ ਚਾਚੀ ਨੂੰ ਹੈਰਾਨੀ ਨਾਲ ਕਿਹਾ, ਚਾਚੀ, ਤੁਸੀਂ ਮੈਨੂੰ ਆਪਣੇ ਮੋਟਾਪੇ ਦਾ ਇਲਾਜ ਕਰਵਾਉਣ ਲਈ ਆਪਣੇ ਨਾਲ ਲੈ ਕੇ ਗਏ ਸੀ, ਹੁਣ ਤੁਸੀਂ ਮੈਨੂੰ ਖਾਣ ਲਈ ਇੰਨੇ ਪੈਸੇ ਦੇ ਰਹੇ ਹੋ, ਇਹ ਸਭ ਕਿਸ ਲਈ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੇਰੇ ਇਹ ਪੁੱਛਣ ਤੇ ਚਾਚੀ ਉੱਚੀ ਉੱਚੀ ਹੱਸਣ ਲੱਗ ਪਈ। ਉਸਦੇ ਕੋਲੋਂ ਕਹਿਣ ਲੱਗੀ ਕਿ ਇਸ ਵਿੱਚ ਕਿਹੜੀ ਗੱਡੀ ਗੱਲ ਆ, ਅੱਜ ਤੱਕ ਜਿੰਨਾ ਮਰਜ਼ੀ ਖਾਓ ਪੀਓ ਅਤੇ ਕੱਲ੍ਹ ਤੋਂ ਡਾਈਟਿੰਗ ਸ਼ੁਰੂ ਕਰੋ ਤੇ ਮੈਂ ਤੁਹਾਡਾ ਇਲਾਜ ਵੀ ਕਰਾਂਗੀ। ਤੇ ਹਾਂ, ਇਸ ਵਿੱਚ ਮਹਿਲਾ ਡਾਕਟਰ ਨੇ ਤੁਹਾਡੇ ਲਈ ਇੱਕ ਖਾਸ ਦਵਾਈ ਵੀ ਦਿੱਤੀ ਆ। ਇਸ ਦਵਾਈ ਨਾਲ ਤੂੰ 1-2 ਮਹੀਨਿਆਂ ਵਿੱਚ ਪੂਰੀ ਤਰ੍ਹਾਂ ਪਤਲੀ ਹੋ ਜਾਵੇਂਗੀ ਤੇ ਢਿੱਡ ਦੀ ਚਰਬੀ ਵੀ ਪਿਘਲ ਕੇ ਗਾਇਬ ਹੋ ਜਾਵੇਗੀ, ਜਿਸ ਦੇ ਨਾਲ ਤੇਰਾ ਭਾਰ ਵੀ ਕਾਫੀ ਘੱਟ ਲੱਗੇਗਾ ਤੇ ਤੂੰ ਬਿਲਕੁਲ ਤੇ ਫਿੱਟ ਤੇ ਸਮਾਰਟ ਦਿਖਣ ਲੱਗ ਜਾਵੇਂਗੀ। ਇਹ ਸੁਣ ਕੇ ਮੈਂ ਬਹੁਤ ਖੁਸ਼ ਹੋ ਗਈ ਤੇ ਖੁਸ਼ੀ ਨਾਲ ਛਾਲਾਂ ਮਾਰਨ ਲੱਗੀ ਤੇ ਚਾਚੀ ਨੂੰ ਕਹਿਣ ਲੱਗੀ ਕਿ ਮੈਂ ਸੱਚਮੁੱਚ ਫਿੱਟ ਹੋ ਜਾਵਾਂਗੀ। ਚਾਚੀ ਨੇ ਕਿਹਾ, ਹਾਂ, ਤੂੰ ਬਿਲਕੁਲ ਫਿੱਟ ਹੋ ਜਾਵੇਂਗੀ। ਮੈਂ ਚਾਚੀ ਨੂੰ ਕਿਹਾ, ਮੈਂ ਸੋਚਿਆ ਕਿ ਡਾਕਟਰ ਨੇ ਤੁਹਾਨੂੰ ਕੋਈ ਖਤਰਨਾਕ ਗੱਲ ਦੱਸੀ ਆ, ਸ਼ਾਇਦ ਉਸਨੇ ਤੁਹਾਨੂੰ ਦੱਸਿਆ ਕਿ ਮੇਰਾ ਕੋਈ ਇਲਾਜ ਨਹੀਂ ਹੋ ਸਕਦਾ, ਮੈਂ ਕਿਤੇ ਵੀ ਇਲਾਜ ਨਹੀਂ ਕਰਵਾ ਸਕਦੀ। ਮੇਰੀ ਗੱਲ ਸੁਣ ਕੇ ਚਾਚੀ ਉੱਚੀ ਉੱਚੀ ਹੱਸਣ ਲੱਗ ਪਈ ਤੇ ਉਸਨੇ ਬੜੀ ਅਜੀਬ ਜਿਹੀ ਮੁਸਕਰਾਹਟ ਦਿਖਾਈ। ਇਸ ਮੁਸਕਰਾਹਟ ਦੇ ਨਾਲ ਉਸਨੇ ਕਿਹਾ ਕਿ ਤੇਰਾ ਇਲਾਜ ਸੰਭਵ ਆ, ਥੋੜਾ ਇੰਤਜ਼ਾਰ ਕਰਨਾ ਪਵੇਗਾ। ਚਾਚੀ ਦਾ ਅਜਿਹਾ ਪ੍ਰਗਟਾਵਾ ਦੇਖ ਕੇ ਮੈਂ ਫਿਰ ਚੁੱਪ ਹੋ ਗਈ। ਇਸ ਗੱਲ ਦੌਰਾਨ ਮੈਨੂੰ ਪਤਾ ਲੱਗਾ ਕਿ ਜਦੋਂ ਮੇਰਾ ਭਰਾ ਵੀ ਘਰ ਪਹੁੰਚ ਗਿਆ, ਇਸ ਤੋਂ ਬਾਅਦ ਅਸੀਂ ਪੂਰੇ ਪਰਿਵਾਰ ਨੇ ਖੂਬ ਆਨੰਦ ਮਾਣਿਆ ਤੇ ਅਸੀਂ ਬਾਹਰੋਂ ਖਾਣਾ ਮੰਗਵਾਇਆ। ਚਾਚਾ ਤੇ ਚਾਚੀ ਨੇ ਵੀ ਸਾਡੇ ਨਾਲ ਰਾਤ ਦਾ ਖਾਣਾ ਖਾਧਾ ਤੇ ਮੈਂ ਆਪਣੀ ਦਵਾਈ ਨੂੰ ਪੂਰੀ ਤਰ੍ਹਾਂ ਭੁੱਲ ਗਈ। ਸਾਰੇ ਕੰਮ ਤੋਂ ਵਿਹਲੀ ਹੋ ਕੇ ਮੈਂ ਚਾਚੀ ਦੇ ਕਮਰੇ 'ਚ ਆ ਗਈ। ਉਸਦੇ ਹੱਥ ਵਿੱਚ ਇੱਕ ਛੋਟੀ ਜਿਹੀ ਪਲਾਸਟਿਕ ਦੀ ਬੋਤਲ ਸੀ। ਮੇਰੇ ਵੱਲ ਵੇਖ ਕੇ ਚਾਚੀ ਨੇ ਕਿਹਾ ਕਿ ਇਹ ਉਹ ਦਵਾਈ ਆ ਜੋ ਮੈਨੂੰ ਉਸ ਡਾਕਟਰ ਨੇ ਦਿੱਤੀ ਆ। ਮੈਂ ਚਾਚੀ ਤੋਂ ਪੁੱਛਿਆ, ਇਹ ਦਵਾਈ ਲੈਣ ਦਾ ਕੀ ਹੋਵੇਗਾ? ਇਹ ਇੰਨੀ ਛੋਟੀ ਬੋਤਲ ਆ ਤੇ ਇੰਨੀ ਘੱਟ ਦਵਾਈ ਆ। ਚਾਚੀ ਨੇ ਕਿਹਾ ਕਿ ਇਹ ਦਵਾਈ ਅਸਲੀ ਦਵਾਈ ਆ, ਇਹ ਬਹੁਤ ਤਾਕਤਵਰ ਦਵਾਈ ਆ। ਇਹ ਕਹਿ ਕੇ ਚਾਚੀ ਨੇ ਮੈਨੂੰ ਉਹ ਬੋਤਲ ਦਿਖਾਈ। ਇਸ ਵਿੱਚ ਇੱਕ ਅਜੀਬ ਕਿਸਮ ਦੇ ਪਾਣੀ ਵਰਗੀ ਦਵਾਈ ਸੀ ਅਤੇ ਚਾਚੀ ਨੇ ਮੈਨੂੰ ਕਿਹਾ ਕਿ ਤੂੰ ਇਹ ਦਵਾਈ ਦੀਆਂ ਲਗਭਗ 10 ਬੂੰਦਾਂ ਆਪਣੇ ਪੇਟ ਤੇ ਪਾ ਤੇ ਇਸ ਦੀ ਮਾਲਿਸ਼ ਕਰ। ਇਸ ਨੂੰ ਰਾਤ ਭਰ ਪੇਟ ਤੇ ਰੱਖ ਤੇ ਸੌਂ ਜਾ। ਜਦੋਂ ਤੂੰ ਸਵੇਰੇ ਉੱਠੇਂਗੀ ਤਾਂ ਤੇਰਾ ਭਾਰ ਘਟਣਾ ਸ਼ੁਰੂ ਹੋ ਜਾਵੇਗਾ ਤੇ ਤੇਰੇ ਸਰੀਰ ਵਿੱਚ ਬਹੁਤ ਸਾਰੇ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ। ਚਾਚੀ ਦੀ ਗੱਲ ਸੁਣ ਕੇ ਮੈਂ ਬਹੁਤ ਖੁਸ਼ ਹੋਈ। ਚਾਚੀ ਨੇ ਮੈਨੂੰ ਦੱਸਿਆ ਕਿ ਬਹੁਤ ਮਹਿੰਗੀ ਦਵਾਈ ਆ, ਇਹ ਦਵਾਈ ਤੇਰੇ ਲਈ ਖਾਸ ਤੌਰ ਤੇ 50,000 ਰੁਪਏ ਵਿੱਚ ਖਰੀਦੀ ਆ, ਇਸ ਲਈ ਇਸ ਦਵਾਈ ਦੀ ਵਰਤੋਂ ਬਹੁਤ ਧਿਆਨ ਨਾਲ ਕਰੀਂ। ਇਸ ਦੀਆਂ ਸਿਰਫ 10-10 ਬੂੰਦਾਂ ਆਪਣੇ ਪੇਟ ਤੇ ਪਾਉਂਦੀ ਰਹੀਂ, ਇਸ ਤੋਂ ਬਾਅਦ ਕਾਫੀ ਫਾਇਦਾ ਮਿਲੇਗਾ। ਚਾਚੀ ਦੀ ਗੱਲ ਸੁਣ ਕੇ ਮੈਂ ਉਹਨਾਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਕਰ ਰਹੀ ਸੀ। ਫਿਰ ਅਚਾਨਕ ਚਾਚੀ ਨੂੰ ਕੁਝ ਯਾਦ ਆਇਆ।
ਉਸਨੇ ਕਿਹਾ, ਸੁਣ ਤੂੰ ਆਪਣੇ ਕਮਰੇ ਵਿੱਚ ਜਾ, ਇਹ ਦਵਾਈ ਆਪਣੇ ਪੇਟ ਤੇ ਲਗਾ ਤੇ ਮਾਲਿਸ਼ ਸ਼ੁਰੂ ਕਰ। ਇਸ ਤੋਂ ਬਾਅਦ ਆਪਣੇ ਕਮਰੇ ਤੋਂ ਬਾਹਰ ਨਾ ਆਈ, ਆਪਣੇ ਕਮਰੇ ਵਿੱਚ ਹੀ ਰਹਿਣਾ। ਇਸ ਦਵਾਈ ਨਾਲ ਬਹੁਤ ਜ਼ਿਆਦਾ ਨੀਂਦ ਆਉਂਦੀ ਆ, ਤੂੰ ਇਸ ਨੂੰ ਲਾ ਕੇ ਆਰਾਮ ਨਾਲ ਸੌਂ ਜਾ। ਮੈਂ ਚਾਚੀ ਨੂੰ ਕਿਹਾ, ਠੀਕ ਆ ਚਾਚੀ, ਮੈਂ ਕਿਤੇ ਨਹੀਂ ਜਾਵਾਂਗੀ, ਚਿੰਤਾ ਨਾ ਕਰ, ਮੈਂ ਆਪਣਾ ਕੋਰਸ ਪੂਰਾ ਕਰਾਂਗੀ। ਚਾਚੀ ਨੇ ਕਿਹਾ, ਠੀਕ ਆ, ਮੈਂ ਹੁਣ ਜਾ ਰਹੀ ਹਾਂ, ਰਾਤ ਬਹੁਤ ਹੋ ਗਈ ਆ, ਹੁਣ ਤੂੰ ਵੀ ਦਵਾਈ ਲਗਾ ਕੇ ਸੌਂ ਜਾ। ਉਸ ਤੋਂ ਬਾਅਦ ਚਾਚੀ ਉੱਥੋਂ ਚਲੀ ਗਈ ਤੇ ਮੈਂ ਉਹ ਪਲਾਸਟਿਕ ਦੀ ਬੋਤਲ ਨੂੰ ਧਿਆਨ ਨਾਲ ਦੇਖਣ ਲੱਗੀ, ਜੋ ਬਹੁਤ ਛੋਟੀ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਦਵਾਈ ਨਹੀਂ ਸਗੋਂ ਪਾਣੀ ਸੀ, ਤੇ ਉਸ ਦਵਾਈ ਦੇ ਅੰਦਰ ਬੜੀ ਅਜੀਬ ਜਿਹੀ ਮਹਿਕ ਆ ਰਹੀ ਸੀ। ਅਜਿਹੀ ਗੰਧ ਸੀ ਜਿਵੇਂ ਕੋਈ ਕੌੜੀ ਕੌੜੀ ਜ਼ਹਿਰੀਲੀ ਗੰਧ ਹੋਵੇ। ਜਿਵੇਂ ਹੀ ਮੈਂ ਇਸ ਨੂੰ ਖੋਲ੍ਹਿਆ, ਇੱਕ ਬਹੁਤ ਹੀ ਅਜੀਬ ਕੌੜੀ ਗੰਧ ਸੀ। ਫਿਲਹਾਲ ਮੈਂ ਆਪਣੇ ਕਮਰੇ 'ਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਤੇ ਇਸ ਦਵਾਈ ਦੀਆਂ 10-10 ਬੂੰਦਾਂ ਪੇਟ ਤੇ ਲਗਾ ਕੇ ਮਾਲਿਸ਼ ਕਰਨ ਤੋਂ ਬਾਅਦ ਸੌਂ ਗਈ। ਉਸ ਰਾਤ ਮੈਨੂੰ ਬਹੁਤ ਗੂੜੀ ਨੀਂਦ ਆਈ, ਸਾਰੀ ਰਾਤ ਸੁੱਤੀ ਰਹੀ ਜਿਵੇਂ ਮੈਂ ਬੇਹੋਸ਼ ਹੋਵਾਂ। ਸਵੇਰੇ ਮੇਰੀ ਅੱਖ ਖੁੱਲ੍ਹੀ ਤੇ 12 ਵਜੇ ਮੇਰੀ ਮੰਮੀ ਨੇ ਮੇਰਾ ਦਰਵਾਜ਼ਾ ਖੜਕਾਇਆ। ਜਦੋਂ ਮੈਂ ਦਰਵਾਜ਼ੇ ਦੀ ਘੰਟੀ ਸੁਣੀ ਤਾਂ ਮੈਂ ਬਹੁਤ ਜ਼ਿਆਦਾ ਡਰ ਗਈ, ਕਿਉਂਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਜਿਵੇਂ ਹੀ ਮੈਂ ਘੜੀ ਵੱਲ ਦੇਖਿਆ, ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਦੁਪਹਿਰ ਦੇ 12 ਵੱਜ ਚੁੱਕੇ ਹਨ ਤੇ ਅੱਗੇ ਅਜਿਹਾ ਕਦੇ ਨਹੀਂ ਹੋਇਆ ਸੀ, ਇਹ ਪਹਿਲੀ ਵਾਰ ਹੋਇਆ ਸੀ। ਮੈਂ ਸਵੇਰੇ 8 ਵਜੇ ਤੱਕ ਉੱਠ ਜਾਂਦੀ ਸੀ ਤੇ ਅੱਜ ਮੈਂ ਦੁਪਹਿਰ ਦੇ 12 ਵਜੇ ਤੱਕ ਸੌਂ ਰਹੀ ਸੀ। ਮੈਂ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਸਵੇਰੇ 8 ਜਾਂ 9 ਵਜੇ ਤੱਕ ਜਾਗ ਜਾਂਦੀ ਸੀ। ਫਿਰ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮਾਂ ਦੀ ਨਿਗਾਹ ਮੇਰੇ ਤੇ ਪਈ। ਮਾਂ ਨੇ ਮੇਰੇ ਵੱਲ ਬੜੀ ਪਰੇਸ਼ਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਤੇ ਕਹਿਣ ਲੱਗੀ, ਬੇਟੀ ਅੱਜ ਤੈਨੂੰ ਕੀ ਹੋ ਗਿਆ? ਤੂੰ ਸਵੇਰੇ ਬਹੁਤ ਜਲਦੀ ਉੱਠਦੀ ਆ, ਤੇਰੀ ਸਿਹਤ ਤਾਂ ਠੀਕ ਆ, ਕਿਉਂਕਿ ਤੂੰ ਇੰਨੀ ਦੇਰ ਤੱਕ ਸੌਂ ਰਹੀ ਸੀ। ਜਦੋਂ ਮੇਰੀ ਮਾਂ ਨੇ ਇਹ ਕਿਹਾ ਤਾਂ ਮੈਂ ਸੱਚਮੁੱਚ ਹੈਰਾਨੀ ਨਾਲ ਆਪਣੇ ਵੱਲ ਵੇਖਣ ਲੱਗੀ। ਮੇਰੇ ਸਰੀਰ ਵਿੱਚ ਬਹੁਤ ਹੀ ਬਦਬੂ ਆ ਰਹੀ ਸੀ। ਮੈਨੂੰ ਇੰਝ ਲੱਗਾ ਜਿਵੇਂ ਮੈਂ ਕਿਸੇ ਬਹੁਤ ਹੀ ਬਦਬੂਦਾਰ ਕਮਰੇ ਵਿੱਚ ਸੌਂ ਰਹੀ ਹਾਂ, ਕਿਉਂਕਿ ਮੇਰੇ ਕੱਪੜਿਆਂ ਵਿੱਚੋਂ ਅਤੇ ਮੇਰੇ ਬਿਸਤਰੇ ਵਿੱਚੋਂ ਵੀ ਬਹੁਤ ਅਜੀਬ ਜਿਹੀ ਬਦਬੂ ਆਉਣ ਲੱਗੀ। ਕਮਰੇ ਵਿਚਲੀ ਬਦਬੂ ਇੰਨੀ ਭੈੜੀ ਸੀ ਕਿ ਇਹ ਅਸਹਿਣ ਕਰਨ ਦੇ ਯੋਗ ਸੀ। ਇਹ ਚੰਗਾ ਸੀ ਕਿ ਮੇਰੀ ਮਾਂ ਨੂੰ ਉਹ ਗੰਧ ਮਹਿਸੂਸ ਨਹੀਂ ਹੋਈ। ਨਾਸ਼ਤਾ ਕਰਨ ਤੋਂ ਪਹਿਲਾਂ ਮੈਂ ਫਰੈਸ਼ ਹੋਣ ਲਈ ਆਪਣੇ ਕਮਰੇ 'ਚ ਚਲੀ ਗਈ। ਜਦੋਂ ਮੈਂ ਇਸ਼ਨਾਨ ਕੀਤਾ ਤੇ ਤਿਆਰ ਹੋ ਕੇ ਬਾਹਰ ਆਈ ਤਾਂ ਮੈਂ ਠੀਕ ਅਤੇ ਤਰੋ-ਤਾਜ਼ਾ ਮਹਿਸੂਸ ਕਰ ਰਹੀ ਸੀ। ਮੈਨੂੰ ਇਹ ਸੋਚ ਕੇ ਬਹੁਤ ਬੁਰਾ ਲੱਗ ਰਿਹਾ ਸੀ ਕਿ ਮੈਂ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਨੀਂਦ ਨਹੀਂ ਲਈ ਸੀ। ਮੇਰੇ ਕੱਪੜਿਆਂ ਤੋਂ ਪਹਿਲਾਂ ਕਦੇ ਇੰਨੀ ਮਾੜੀ ਬਦਬੂ ਨਹੀਂ ਆਈ ਸੀ, ਪਰ ਅੱਜ ਮੇਰੇ ਨਾਲ ਇਹ ਬਹੁਤ ਹੀ ਅਜੀਬ ਹਾਦਸਾ ਵਾਪਰਿਆ ਤੇ ਮੈਨੂੰ ਇਸ ਬਾਰੇ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਕੁਝ ਦੇਰ ਬਾਅਦ ਜਦੋਂ ਮੈਂ ਨਾਸ਼ਤਾ ਕਰਨ ਲਈ ਨਾਸ਼ਤੇ ਦੇ ਮੇਜ਼ ਤੇ ਪਹੁੰਚੀ ਤਾਂ ਚਾਚੀ ਵੀ ਉੱਥੇ ਮੌਜੂਦ ਸੀ ਤੇ ਮੇਰੇ ਨਾਲ ਬੈਠ ਗਈ। ਚਾਚੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ। ਉਸਨੇ ਮੈਨੂੰ ਪੁੱਛਿਆ ਕਿ ਰਾਤ ਨੂੰ ਨੀਂਦ ਕਿਵੇਂ ਆਈ। ਮੈਂ ਉਸ ਨੂੰ ਇਹ ਵੀ ਨਹੀਂ ਦੱਸ ਸਕਦੀ ਸੀ ਕਿ ਮੈਂ ਬਹੁਤ ਸੁੱਤੀ, ਕਿਉਂਕਿ ਮਾਂ ਵੀ ਸਾਡੇ ਨਾਲ ਹੀ ਬੈਠੀ ਸੀ। ਹੋ ਸਕਦਾ ਸੀ ਕਿ ਮਾਂ ਮੈਨੂੰ ਝਿੜਕਦੀ ਕਿ ਤੂੰ ਚਾਚੀ ਨਾਲ ਇਕੱਲੀ ਕਲੀਨਿਕ ਕਿਉਂ ਗਈ। ਇਸ ਲਈ ਮੈਂ ਚੁੱਪ ਰਹੀ ਤੇ ਚਾਚੀ ਨੇ ਖੁਦ ਮੈਨੂੰ ਆਪਣੇ ਕਮਰੇ ਵਿੱਚ ਆਉਣ ਦਾ ਇਸ਼ਾਰਾ ਕੀਤਾ ਤੇ ਜਿਵੇਂ ਹੀ ਮੈਂ ਉਸਦੇ ਕਮਰੇ ਵਿੱਚ ਗਈ ਤਾਂ ਚਾਚੀ ਬਹੁਤ ਖੁਸ਼ ਹੋਈ। ਚਾਚੀ ਮੈਨੂੰ ਕਹਿਣ ਲੱਗੀ, ਦੇਖ ਹਰਪ੍ਰੀਤਾ, ਤੇਰਾ ਭਾਰ ਅਚਾਨਕ ਘੱਟ ਨਹੀਂ ਹੁੰਦਾ। ਆਪਣਾ ਵਜ਼ਨ ਘਟਾਉਣ ਲਈ ਤੈਨੂੰ ਲਗਭਗ 1 ਜਾਂ 2 ਮਹੀਨੇ ਸਖਤ ਮਿਹਨਤ ਕਰਨੀ ਪਵੇਗੀ। ਇਸ ਦਵਾਈ ਦੀ ਲਗਾਤਾਰ ਵਰਤੋਂ ਕਰਨੀ ਪਵੇਗੀ। ਪਰ ਇਸ ਤੋਂ ਪਹਿਲਾਂ ਮੈਂ ਤੇਰਾ ਇੱਕ ਹੋਰ ਥਾਂ ਤੇ ਟੈਸਟ ਕਰਵਾਉਣਾ ਚਾਹੁੰਦੀ ਹਾਂ। ਇਸ ਟੈਸਟ ਤੋਂ ਬਾਅਦ ਤੈਨੂੰ ਸਹੀ ਢੰਗ ਨਾਲ ਪਤਾ ਲੱਗ ਜਾਵੇਗਾ ਕਿ ਤੈਨੂੰ ਕਿਹੜੀ ਦਵਾਈ ਦਿੱਤੀ ਜਾਣੀ ਚਾਹੀਦੀ ਆ। ਤੂੰ ਜਾਣਦੀ ਆ ਕਿ ਤੇਰਾ ਮੋਟਾਪਾ ਕਿੰਨਾ ਖਤਰਨਾਕ ਆ। ਇਹ ਕਿਸ ਹੱਦ ਤੱਕ ਵਧਿਆ। ਜੇਕਰ ਕੋਈ ਤੇਰੇ ਨਾਲ ਵਿਆਹ ਕਰਦਾ ਹੈ ਤਾਂ ਉਹ ਆਪਣੀ ਮਾਂ ਬਰਾਬਰ ਸਮਝੇਗਾ ਤੈਨੂੰ, ਕਿਉਂਕਿ ਤੇਰਾ ਭਾਰ ਬਹੁਤ ਵੱਧ ਗਿਆ। ਤੂੰ ਇੱਕ ਔਰਤ ਦੀ ਤਰ੍ਹਾਂ ਦਿਖਣ ਲੱਗ ਪਈ ਆ। ਚਾਚੀ ਦੀ ਇਹ ਗੱਲ ਸੁਣ ਕੇ ਮੈਂ ਡਰ ਗਈ। ਮੈਂ ਕਿਹਾ, ਚਾਚੀ ਤੁਸੀਂ ਮੇਰੇ ਜੋ ਵੀ ਟੈਸਟ ਕਰਵਾਉਣੇ ਹਨ ਮੈਂ ਉਸ ਨੂੰ ਕਰਵਾਉਣ ਲਈ ਤਿਆਰ ਹਾਂ। ਤੁਹਾਡੇ ਨਾਲ ਚਲੀ ਜਾਵਾਂਗੀ। ਮੇਰੇ ਮੋਟਾਪੇ ਦਾ ਕੁਝ ਕਰੋ। ਆਂਟੀ ਨੇ ਬੀਜੂ MS ਕੀਤਾ ਹੋਇਆ ਸੀ, ਇਸ ਲਈ ਮੈਨੂੰ ਉਸ 'ਤੇ ਭਰੋਸਾ ਸੀ। ਆਂਟੀ ਨੇ ਕਿਹਾ ਕਿ ਅਸੀਂ ਅੱਜ ਸ਼ਾਮ ਨੂੰ ਡਾਕਟਰ ਕੋਲ ਜਾਵਾਂਗੇ, ਤੂੰ ਤਿਆਰ ਰਹੀਂ। ਮੈਂ ਸ਼ਾਮ ਨੂੰ ਤਿਆਰ ਹੋ ਗਈ ਤੇ ਅਸੀਂ ਦੋਵੇਂ ਘਰੋਂ ਨਿਕਲ ਗਈਆਂ। ਚਾਚੀ ਨੇ ਇੱਕ ਆਟੋ ਡਰਾਈਵਰ ਨੂੰ ਬੁਲਾਇਆ ਤੇ ਮੈਨੂੰ ਕਲੀਨਿਕ ਲੈ ਗਈ ਅਤੇ ਮੈਂ ਆਰਾਮ ਮਹਿਸੂਸ ਕੀਤਾ, ਕਿਉਂਕਿ ਇੱਥੇ ਪਹਿਲਾਂ ਮੈਂ ਇੱਕ ਵਾਰ ਪਹਿਲਾਂ ਆਈ ਹੋਈ ਸੀ। ਚਾਚੀ ਕਹਿਣ ਲੱਗੀ ਕਿ ਤੂੰ ਇੱਥੇ ਕੁਰਸੀ ਤੇ ਬੈਠ, ਕੁਝ ਸਮੇਂ ਬਾਅਦ ਡਾਕਟਰ ਆਵੇਗੀ। ਚਾਚੀ ਦੇ ਕਹਿਣ ਤੇ ਮੈਂ ਕੁਰਸੀ ਤੇ ਬੈਠ ਗਈ। ਕੁਝ ਹੀ ਸਮੇਂ ਬਾਅਦ ਡਾਕਟਰ ਵੀ ਆ ਗਈ। ਫਿਰ ਜਿਵੇਂ ਹੀ ਉਹ ਆਈ ਉਸਨੇ ਮੈਨੂੰ ਕਿਹਾ ਕਿ ਤੁਸੀਂ ਥੋੜੇ ਪਤਲੇ ਦਿਖਣ ਲੱਗ ਪਏ ਹੋ। ਇਹ ਕਹਿ ਕੇ ਉਹ ਬੁਰੀ ਤਰ੍ਹਾਂ ਹੱਸਣ ਲੱਗ ਪਈ। ਜਦੋਂ ਮੈਂ ਅਜੇ ਵੀ ਹੈਰਾਨ ਸੀ ਕਿ ਕਦੇ ਕਿਸੇ ਨੇ ਵੀ ਇਹ ਨਹੀਂ ਕਿਹਾ ਸੀ ਕਿ ਮੈਂ ਪਤਲੀ ਲੱਗਦੀ ਆ।
ਇਹ ਲੋਕ ਸੋਚ ਰਹੇ ਸੀ ਕਿ ਮੈਂ ਮੂਰਖ ਹਾਂ। ਮੈਂ ਦੇਖਿਆ ਕਿ ਔਰਤ ਦੇ ਹੱਥ ਵਿੱਚ ਕੱਪੜੇ ਸਨ ਜੋ ਬਿਲਕੁਲ ਨਵੇਂ ਲੱਗ ਰਹੇ ਸੀ। ਉਸ ਔਰਤ ਨੇ ਉਹ ਕੱਪੜੇ ਚਾਚੀ ਨੂੰ ਦੇ ਦਿੱਤੇ ਤੇ ਚਾਚੀ ਨੇ ਉਸ ਔਰਤ ਤੋਂ ਕੱਪੜੇ ਲੈ ਕੇ ਮੈਨੂੰ ਦੇ ਦਿੱਤੇ ਤੇ ਕਿਹਾ ਕਿ ਬਾਥਰੂਮ ਵਿੱਚ ਜਾ ਕੇ ਕੱਪੜੇ ਬਦਲ ਲਾ, ਇਹਨਾਂ ਕੱਪੜਿਆਂ ਵਿੱਚ ਤੇਰੀ ਜਾਂਚ ਕੀਤੀ ਜਾਵੇਗੀ। ਜਦੋਂ ਮੈਂ ਕੱਪੜੇ ਵੱਲ ਵੇਖਿਆ ਤਾਂ ਉਹ ਦੁਲਹਨ ਦੇ ਕੱਪੜਿਆਂ ਵਾਂਗ ਲੱਗ ਰਹੇ ਸੀ। ਇਹ ਸੰਭਵ ਨਹੀਂ ਸੀ ਕਿ ਉਹ ਮੈਨੂੰ ਇਹਨਾਂ ਕੱਪੜਿਆਂ ਵਿੱਚ ਚੈੱਕ ਕਰੇਗੀ। ਸ਼ਾਇਦ ਇਹਨਾਂ ਲੋਕਾਂ ਦਾ ਨਵਾਂ ਸਟਾਈਲ ਸੀ, ਕਿਉਂਕਿ ਇਹ ਕੱਪੜੇ ਹਸਪਤਾਲ ਦੇ ਕੱਪੜਿਆਂ ਵਾਂਗ ਬਿਲਕੁਲ ਨਹੀਂ ਲੱਗਦੇ ਸੀ। ਮੈਂ ਹਸਪਤਾਲ ਦੇ ਕੱਪੜੇ ਦੇਖੇ ਸਨ, ਉਹ ਕੱਪੜਿਆਂ ਵਰਗੇ ਨਹੀਂ ਸੀ ਜੋ ਉਹਨਾਂ ਨੇ ਮੈਨੂੰ ਬਦਲਣ ਲਈ ਦਿੱਤੇ ਸੀ। ਉਹ ਪਹਿਨਣ ਵਿੱਚ ਆਰਾਮਦਾਇਕ ਹੁੰਦੇ ਹਨ ਤਾਂ ਜੋ ਮਰੀਜ਼ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਜਦਕਿ ਇਹ ਕੱਪੜੇ ਬਹੁਤ ਚਮਕਦਾਰ ਸਨ ਤੇ ਮੈਂ ਹੈਰਾਨੀ ਭਰੀਆਂ ਨਜ਼ਰਾਂ ਨਾਲ ਚਾਚੀ ਅਤੇ ਡਾਕਟਰ ਨੂੰ ਦੇਖਣ ਲੱਗੀ। ਉਹ ਮੈਨੂੰ ਕਹਿਣ ਲੱਗੀ, ਜਲਦੀ ਜਾਓ ਤੇ ਇਹਨਾਂ ਨੂੰ ਪਹਿਨੋ, ਮੈਂ ਤੁਹਾਡੀ ਉਡੀਕ ਕਰ ਰਹੀ ਹਾਂ। ਮੇਰੇ ਕੋਲ ਇੰਨਾ ਸਮਾਂ ਨਹੀਂ ਆ, ਮੇਰੇ ਕੋਲ ਹੋਰ ਵੀ ਮਰੀਜ਼ ਹਨ। ਇਹ ਸੁਣ ਕੇ ਮੈਂ ਬਾਥਰੂਮ 'ਚ ਚਲੀ ਗਈ। ਉੱਥੇ ਜਾ ਕੇ ਮੈਂ ਆਪਣੇ ਪਹਿਨੇ ਹੋਏ ਕੱਪੜੇ ਟੰਗ ਦਿੱਤੇ ਤੇ ਚਮਕਦਾਰ ਕੱਪੜੇ ਵਿੱਚੋਂ ਬਾਹਰ ਆ ਗਈ। ਉਹ ਕੱਪੜੇ ਮੈਨੂੰ ਬਿਲਕੁਲ ਵੀ ਠੀਕ ਨਹੀਂ ਲੱਗ ਰਹੇ ਸੀ। ਮੇਰੇ ਜ਼ਿਆਦਾਤਰ ਕੱਪੜੇ ਤੰਗ ਹੁੰਦੇ ਸਨ। ਉਹ ਔਰਤਾਂ ਮੈਨੂੰ ਆਪਣੇ ਨਾਲ ਇੱਕ ਕਮਰੇ 'ਚ ਲੈ ਗਈ, ਮੈਨੂੰ ਕੁਝ ਦੇਰ ਇੱਥੇ ਬੈਠਣ ਤੇ ਮੇਰਾ ਇੰਤਜ਼ਾਰ ਕਰਨ ਲਈ ਕਿਹਾ ਅਤੇ ਹਾਂ, ਤੁਹਾਨੂੰ ਇੱਥੇ ਸਾਹਮਣੇ ਬੈਠਣਾ ਹੈ ਤੇ ਅਸੀਂ ਸ਼ੀਸ਼ੇ ਨੂੰ ਦੇਖਣਾ ਹੈ, ਬਿਲਕੁਲ ਵੀ ਹਿੱਲਣਾ ਝੁੱਲਣਾ ਨਹੀਂ। ਮੈਂ ਉਸ ਔਰਤ ਦੀਆਂ ਗੱਲਾਂ ਵੱਲ ਧਿਆਨ ਦੇਣ ਲੱਗੀ। ਮੇਰੇ ਸਾਹਮਣੇ ਇੱਕ ਸ਼ੀਸ਼ਾ ਸੀ ਜਿਸ ਵਿੱਚ ਮੈਂ ਲਗਾਤਾਰ ਆਪਣੇ ਆਪ ਨੂੰ ਦੇਖ ਰਹੀ ਸੀ। ਮੈਂ ਸ਼ੀਸ਼ੇ ਦੇ ਸਾਹਮਣੇ ਬੈਠੇ ਹੋਏ ਲਗਭਗ 1 ਘੰਟਾ ਬੀਤ ਗਿਆ ਸੀ। ਫਿਰ ਜਦੋਂ ਉਹ ਔਰਤ ਕਮਰੇ ਵਿੱਚ ਆਈ ਤਾਂ ਉਸਨੇ ਮੈਨੂੰ ਖੜੇ ਹੋਣ ਲਈ ਕਿਹਾ ਤੇ ਹਾਂ, ਤੁਹਾਨੂੰ ਬਿਲਕੁਲ ਵੀ ਹਿੱਲਣ ਜੁੱਲਣ ਦੀ ਲੋੜ ਨਹੀਂ ਆ, ਨਹੀਂ ਤਾਂ ਉਹ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣੇਗਾ। ਮੈਂ ਤੁਹਾਡਾ ਚੈੱਕਅਪ ਲਈ ਕਮਰੇ ਵਿੱਚ ਇੱਕ ਮਸ਼ੀਨ ਰੱਖੀ ਹੋਈ ਆ, ਤੁਹਾਡੀ ਉਸ ਮਸ਼ੀਨ ਨਾਲ ਜਾਂਚ ਕੀਤੀ ਜਾਵੇਗੀ। ਫਿਰ ਉਸਨੇ ਮੇਰੇ ਨਾਲ ਕੁਝ ਹੋਰ ਗੱਲਾਂ ਕੀਤੀਆਂ ਤੇ ਕਿਹਾ, ਹੁਣ ਤੁਸੀਂ ਘਰੇ ਚਲੇ ਜਾਓ, ਹਫ਼ਤੇ ਬਾਅਦ ਮੈਨੂੰ ਮਿਲਣਾ। ਜੋ ਦਵਾਈਆਂ ਮੈਂ ਤੁਹਾਨੂੰ ਦਿੱਤੀਆਂ ਉਹ ਜਲਦੀ ਹੀ ਤੁਹਾਡੇ ਤੇ ਕੰਮ ਸ਼ੁਰੂ ਕਰ ਦੇਣਗੀਆਂ। ਉਸ ਤੋਂ ਬਾਅਦ ਤੁਸੀਂ ਠੀਕ ਹੋ ਜਾਓਗੇ। ਵੈਸੇ ਵੀ ਤੇਰਾ ਵਜ਼ਨ 5 ਕਿਲੋ ਘਟ ਗਿਆ। ਮੈਂ ਤੇਰਾ ਵਜ਼ਨ ਕੀਤਾ ਹੈ। ਜਦੋਂ ਔਰਤ ਨੇ ਇਹ ਕਹਿਣਾ ਸ਼ੁਰੂ ਕੀਤਾ ਤਾਂ ਮੈਂ ਬਹੁਤ ਹੈਰਾਨ ਹੋਈ। ਮੈਂ ਚੁੱਪਚਾਪ ਆਪਣੇ ਘਰ ਆ ਗਈ। ਚਾਚੀ ਵੀ ਬਹੁਤ ਚਿੰਤਾ ਵਿੱਚ ਨਜ਼ਰ ਆ ਰਹੀ ਸੀ। ਮੈਂ ਹੈਰਾਨ ਸੀ ਕਿ ਅੱਜ ਵੀ ਉਹ ਪਹਿਲਾਂ ਵਾਂਗ ਖੁਸ਼ ਨਜ਼ਰ ਨਹੀਂ ਆਈ ਸੀ। ਚਾਚੀ ਨੂੰ ਦੇਖ ਕੇ ਮੈਂ ਵੀ ਫਿਕਰਮੰਦ ਹੋ ਗਈ ਕਿ ਕੀ ਪਤਾ ਨਹੀਂ ਕੀ ਗੱਲ ਆ, ਚਾਚੀ ਇੰਨੀ ਪਰੇਸ਼ਾਨ ਆ। ਜਿਵੇਂ ਹੀ ਅਸੀਂ ਘਰ ਪਹੁੰਚੇ ਚਾਚੀ ਮੈਨੂੰ ਆਪਣੇ ਕਮਰੇ 'ਚ ਲੈ ਗਈ ਤੇ ਪੁੱਛਿਆ, ਉਸ ਔਰਤ ਨੇ ਤੈਨੂੰ ਹੋਰ ਕੀ ਕਿਹਾ? ਉਹ ਮੇਰੇ ਬਾਰੇ ਬਹੁਤ ਚਿੰਤਾ ਵਿੱਚ ਸੀ, ਮੈਨੂੰ ਪੁੱਛਣ ਲੱਗੀ। ਮੈਂ ਕਿਹਾ, ਆਂਟੀ ਉਸਨੇ ਮੈਨੂੰ ਕੁਝ ਨਹੀਂ ਕਿਹਾ, ਉਸਨੇ ਮੈਨੂੰ ਚੈੱਕ ਕੀਤਾ, ਹੋਰ ਕੁਝ ਨਹੀਂ। ਚਾਚੀ, ਅਜਿਹੇ ਦੁਲਹਨ ਦੇ ਕੱਪੜਿਆਂ ਵਿੱਚ ਜਾਂਚ ਕੌਣ ਕਰਦਾ? ਮੈਂ ਬੜੀ ਮੁਸ਼ਕਲ ਨਾਲ ਪੁੱਛਿਆ ਤਾਂ ਚਾਚੀ ਨੇ ਕਿਹਾ, ਇਸ ਦੀ ਚਿੰਤਾ ਨਾ ਕਰ, ਜਲਦੀ ਤੇਰਾ ਰਿਸ਼ਤਾ ਵੀ ਹੋ ਜਾਵੇਗਾ ਤੇ ਤੂੰ ਸੱਚਮੁੱਚ ਸਲਿਮ ਅਤੇ ਫਿੱਟ ਵੀ ਹੋ ਜਾਵੇਂਗੀ ਤੇ ਸੁੰਦਰ ਵੀ ਦਿਖੇਂਗੀ। ਜਦੋਂ ਚਾਚੀ ਨੇ ਇਹ ਕਿਹਾ ਤਾਂ ਮੈਂ ਸੋਚ ਕੇ ਚੁੱਪ ਹੋ ਗਈ। ਚਾਚੀ ਨੇ ਮੈਨੂੰ ਕਿਹਾ ਕਿ ਜਿਹੜੀ ਤੈਨੂੰ ਮੈਂ ਸ਼ੀਸ਼ੀ ਕੱਲ੍ਹ ਦਿੱਤੀ ਸੀ ਉਹ ਜਾ ਕੇ ਆਪਣੇ ਪੇਟ ਤੇ ਲਗਾ ਕੇ ਸੌਂ ਜਾਵੀਂ ਤੇ ਅੰਦਰੋਂ ਦਰਵਾਜ਼ਾ ਬੰਦ ਨਾ ਕਰੀਂ, ਪਰ ਬਾਹਰ ਨਾ ਨਿਕਲੀ। ਮੈਂ ਉਸੇ ਤਰ੍ਹਾਂ ਹੀ ਕੀਤਾ। ਮੈਂ ਦਰਵਾਜ਼ਾ ਬੰਦ ਨਹੀਂ ਕੀਤਾ ਤੇ ਮੈਂ ਉਹ ਸ਼ੀਸ਼ੀ ਵਾਲੀ ਦਵਾਈ ਆਪਣੇ ਪੇਟ ਤੇ ਲਗਾ ਕੇ ਸੌਂ ਗਈ। ਫਿਰ ਮੇਰੇ ਨਾਲ ਉਹੀ ਹੋਇਆ। ਅਗਲੇ ਦਿਨ ਫਿਰ ਮੈਂ 12 ਵਜੇ ਉੱਠੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਇਹ ਸਭ ਕੀ ਹੋ ਰਿਹਾ। ਇਹ ਦਵਾਈ ਵਿੱਚ ਅਜਿਹਾ ਕੀ ਆ ਕਿ ਮੈਂ ਇੰਨਾ ਸੌਂ ਰਹੀ ਹਾਂ। ਹੁਣ ਮੈਨੂੰ ਚਾਚੀ ਤੇ ਸ਼ੱਕ ਹੋਣ ਲੱਗਿਆ ਕਿ ਇਹ ਜ਼ਰੂਰ ਮੇਰੇ ਨਾਲ ਕੁਝ ਗਲਤ ਕਰ ਰਹੀ ਆ। ਮੈਂ ਇੱਕ ਦਿਨ ਸੋਚਿਆ ਕਿ ਮੈਂ ਇਸ ਦਾ ਪਤਾ ਲਗਾ ਕੇ ਹੀ ਰਹਾਂਗੀ ਕਿ ਮੈਂ ਸੱਚਮੁੱਚ ਪਤਲੀ ਹੋਣ ਲਈ ਇਹ ਦਵਾਈ ਖਾ ਰਹੀ ਹਾਂ ਜਾਂ ਮੇਰੇ ਨਾਲ ਕੁਝ ਗਲਤ ਹੋ ਰਿਹਾ। ਅਗਲੀ ਰਾਤ ਮੈਂ ਆਪਣੇ ਮੋਬਾਈਲ ਦੇ ਕੈਮਰੇ ਨੂੰ ਔਨ ਕਰਕੇ ਇੱਕ ਕੋਨੇ 'ਚ ਲਗਾ ਦਿੱਤਾ ਤੇ ਉਸ ਰਾਤ ਮੈਂ ਉਹ ਦਵਾਈ ਨਾ ਲਗਾਈ। ਮੈਂ ਸਾਰੀ ਰਾਤ ਜਾਗਦੀ ਰਹੀ। ਰਾਤ ਦੇ 12 ਵਜੇ ਮੇਰੇ ਕਮਰੇ ਵਿੱਚ ਕੋਈ ਆਇਆ। ਮੈਂ ਅੱਖਾਂ ਬੰਦ ਕਰਕੇ ਪਈ ਸੀ। ਕਿਸੇ ਨੇ ਆਉਣ ਸਾਰ ਮੇਰੇ ਕਮਰੇ ਦੀਆਂ ਸਾਰੀਆਂ ਲਾਈਟਾਂ ਜਗਾ ਦਿੱਤੀਆਂ। ਮੈਂ ਹਲਕੀ ਜਿਹੀ ਅੱਖ ਖੋਲ੍ਹ ਕੇ ਦੇਖਿਆ ਤਾਂ ਮੇਰੇ ਸਾਹਮਣੇ ਮੇਰੀ ਚਾਚੀ ਸੀ। ਮੈਂ ਹੈਰਾਨ ਰਹਿ ਗਈ ਕਿ ਇਹ ਮੇਰੇ ਕਮਰੇ ਵਿੱਚ ਇਸ ਟਾਈਮ ਕੀ ਕਰਦੀ ਆ। ਮੈਂ ਉਸੇ ਤਰ੍ਹਾਂ ਹੀ ਪਈ ਰਹੀ ਤੇ ਉਸ ਨੂੰ ਲੱਗੇ ਕਿ ਮੈਂ ਬੇਹੋਸ਼ ਹਾਂ। ਉਸ ਤੋਂ ਬਾਅਦ ਚਾਚੀ ਨੇ ਜੋ ਕੀਤਾ ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਆ ਰਿਹਾ ਸੀ। ਉਸ ਕੋਲ ਕੈਮਰਾ ਸੀ ਤੇ ਉਹ ਮੇਰੀਆਂ ਸੁੱਤੀ ਪਈ ਦੀਆਂ ਫੋਟੋਆਂ ਖਿੱਚ ਰਹੀ ਸੀ। ਜਦੋਂ ਉਹ ਮੇਰੇ ਨੇੜੇ ਆ ਕੇ ਮੇਰੇ ਕੱਪੜਿਆਂ ਨੂੰ ਟੱਚ ਕਰਨ ਲੱਗੀ ਤਾਂ ਮੈਂ ਉੱਠ ਖੜੀ ਹੋ ਗਈ। ਉੱਠ ਕੇ ਮੈਂ ਚਾਚੀ ਨੂੰ ਪੁੱਛਿਆ ਕਿ ਚਾਚੀ, ਤੁਸੀਂ ਮੇਰੇ ਕਮਰੇ ਵਿੱਚ ਇਸ ਸਮੇਂ ਕੀ ਕਰ ਰਹੇ ਹੋ? ਮੈਨੂੰ ਦੱਸੋ, ਨਹੀਂ ਤਾਂ ਮੈਂ ਰੌਲਾ ਪਾ ਦੇਵਾਂਗੀ। ਉਸਨੇ ਕਿਹਾ, ਚੁੱਪ ਹੋ ਜਾ, ਮੈਂ ਤੈਨੂੰ ਇੱਕ ਸ਼ਰਤ ਤੇ ਸਭ ਕੁਝ ਦੱਸ ਦੇਵਾਂਗੀ ਜੇ ਤੂੰ ਰੌਲਾ ਨਾ ਪਾਵੇਂਗੀ ਤਾਂ। ਮੈਂ ਕਿਹਾ, ਹਾਂ ਚਾਚੀ, ਤੁਸੀਂ ਦੱਸੋ ਕਿ ਮੇਰੀਆਂ ਫੋਟੋਆਂ ਕਿਉਂ ਖਿੱਚ ਰਹੇ ਸੀ? ਮੈਂ ਕਿਸੇ ਨੂੰ ਨਹੀਂ ਦੱਸਾਂਗੀ। ਤਾਂ ਉਸਨੇ ਕਿਹਾ ਕਿ ਮੈਂ ਤੇਰੀਆਂ ਫੋਟੋਆਂ ਇੱਕ ਮੈਗਜ਼ੀਨ ਨੂੰ ਦਿੰਦੀ ਹਾਂ। ਬੰਬੇ ਵਿੱਚ ਇੱਕ ਬਹੁਤ ਹੀ ਮਸ਼ਹੂਰ ਮੈਗਜ਼ੀਨ ਵਾਲੇ ਹਨ। ਉਹ ਤੇਰੀਆਂ ਇਸ ਫੋਟੋਆਂ ਦੀ ਬਹੁਤ ਹੀ ਚੰਗੇ ਪੈਸੇ ਦੇ ਰਹੇ ਹਨ। ਮੈਂ ਹੈਰਾਨ ਸੀ ਕਿ ਮੇਰੀ ਚਾਚੀ ਮੇਰੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੀ ਸੀ।
ਜਦੋਂ ਮੈਂ ਉਸ ਦੇ ਕੋਲੋਂ ਕੈਮਰਾ ਫੜ ਕੇ ਦੇਖਿਆ ਤਾਂ ਉਸ ਵਿੱਚ ਮੇਰੀਆਂ ਕਾਫੀ ਇਤਰਾਜ਼ਯੋਗ ਫੋਟੋਆਂ ਵੀ ਸਨ। ਮੈਂ ਆਪਣਾ ਸਿਰ ਫੜ ਕੇ ਬੈਠ ਗਈ। ਮੈਂ ਕਿਹਾ ਕਿ ਚਾਚੀ, ਤੂੰ ਮੇਰੀ ਜ਼ਿੰਦਗੀ ਕਿਉਂ ਬਰਬਾਦ ਕਰ ਦਿੱਤੀ? ਤੈਨੂੰ ਮੇਰੇ ਨਾਲ ਪੈਸੇ ਪਿਆਰੇ ਹੋ ਗਏ। ਤੂੰ ਇਹ ਨਹੀਂ ਸੋਚਿਆ ਕਿ ਮੈਂ ਕਿਸੇ ਦੀ ਧੀ ਭੈਣ ਹਾਂ ਤੇ ਤੂੰ ਵੀ ਕਿਸੇ ਦੀ ਧੀ ਭੈਣ। ਇੰਨਾ ਕੁ ਤਾਂ ਸੋਚ ਲੈਂਦੀ ਕਿ ਇਹ ਸਭ ਕਰਕੇ ਮੇਰੀ ਜ਼ਿੰਦਗੀ ਵਿੱਚ ਮੈਨੂੰ ਕਿੰਨਾ ਨੁਕਸਾਨ ਹੋਵੇਗਾ। ਮੇਰੀ ਚਾਚੀ ਕਹਿਣ ਲੱਗੀ ਕਿ ਤੂੰ ਫਿਕਰ ਨਾ ਕਰ, ਇਸ ਵਿੱਚ ਤੈਨੂੰ ਕੁਝ ਨਹੀਂ ਹੋਵੇਗਾ। ਜੇ ਤੂੰ ਚਾਹੇ ਤਾਂ ਮੈਂ ਤੈਨੂੰ ਅੱਧੇ ਪੈਸੇ ਦੇ ਦੇਵਾਂਗੀ ਤੇ ਤੇਰਾ ਵਿਆਹ ਵੀ ਕਰਵਾ ਦੇਵਾਂਗੀ। ਮੈਂ ਉਸ ਸਮੇਂ ਇਹੀ ਬਿਹਤਰ ਸਮਝਿਆ ਕਿ ਮੈਂ ਇਸ ਵਿੱਚ ਚੁੱਪ ਹੀ ਰਹਾਂ ਤਾਂ ਚੰਗਾ। ਮੈਂ ਚਾਚੀ ਨੂੰ ਕਿਹਾ ਕਿ ਮੈਂ ਇਸ ਵਿੱਚ ਚੁੱਪ ਹੀ ਰਹਾਂਗੀ, ਪਰ ਤੁਸੀਂ ਮੇਰਾ ਵਿਆਹ ਕਰਵਾ ਦਿਓ। ਇਸ ਤਰ੍ਹਾਂ ਉਹ ਮੇਰੇ ਨਾਲ ਇਹ ਸਭ ਕੁਝ ਕਰ ਰਹੀ ਸੀ ਤੇ ਮੈਨੂੰ ਬੜੀ ਆਸਾਨੀ ਨਾਲ ਮੂਰਖ ਬਣਾ ਰਹੀ ਸੀ ਤੇ ਮੇਰੀਆਂ ਕਈ ਫੋਟੋਆਂ ਵੀ ਮੈਗਜ਼ੀਨ ਵਿੱਚ ਛਪ ਗਈਆਂ ਸੀ ਤੇ ਮੈਗਜ਼ੀਨ ਵਿੱਚ ਮੇਰੀਆਂ ਫੋਟੋਆਂ ਛਪਣ ਕਾਰਨ ਮੈਂ ਕਾਫੀ ਮਸ਼ਹੂਰ ਹੋ ਗਈ ਤੇ ਅੱਜ ਤੱਕ ਮੇਰੇ ਪਰਿਵਾਰ ਦੇ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਲੱਗਾ। ਜੇਕਰ ਪਤਾ ਲੱਗ ਜਾਂਦਾ ਤਾਂ ਮੇਰੇ ਪਰਿਵਾਰ ਮੇਰੀ ਚਾਚੀ ਨੂੰ ਘਰੋਂ ਕੱਢ ਦਿੰਦਾ ਤੇ ਮੇਰਾ ਚਾਚਾ ਵੀ ਉਸ ਨਾਲ ਬਹੁਤ ਬੁਰਾ ਸਲੂਕ ਕਰਦਾ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਚਾਚੀ ਪੈਸੇ ਕਮਾਉਣ ਦੇ ਲਈ ਮੈਨੂੰ ਵਰਤੇਗੀ, ਪਰ ਚੰਗੀ ਗੱਲ ਇਹ ਸੀ ਕਿ ਚਾਚੀ ਨੇ ਜੋ ਗਲਤੀ ਕੀਤੀ ਉਸ ਨੂੰ ਸੁਧਾਰ ਲਿਆ। ਉਸਨੇ ਮੇਰਾ ਵਿਆਹ ਆਪਣੇ ਭਤੀਜੇ ਨਾਲ ਕੀਤਾ ਤਾਂ ਕਿ ਸਾਰੀ ਦੁਨੀਆ ਵਿੱਚ ਮੇਰਾ ਅਪਮਾਨ ਨਾ ਹੋਵੇ। ਮੈਂ ਅੱਜ ਤੱਕ ਆਪਣੇ ਪਰਿਵਾਰ ਨੂੰ ਇਹ ਨਹੀਂ ਦੱਸਿਆ ਕਿ ਚਾਚੀ ਨੇ ਮੇਰੇ ਨਾਲ ਕੀ ਕੀਤਾ। ਮੇਰਾ ਵਿਆਹ ਹੋ ਗਿਆ। ਮੈਂ ਆਪਣੇ ਪਤੀ ਪ੍ਰਤੀ ਸੁਚੇਤ ਹਾਂ। ਮੇਰੇ ਲਈ ਇਹ ਕਾਫੀ ਆ। ਇਸ ਲਈ ਮੈਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ। ਮੈਂ ਆਪਣੀ ਚਾਚੀ ਤੋਂ ਬਦਲਾ ਨਹੀਂ ਲੈਣਾ ਚਾਹੁੰਦੀ ਕਿਉਂਕਿ ਸ਼ਾਇਦ ਇਹ ਮੇਰੀ ਕਿਸਮਤ 'ਚ ਲਿਖਿਆ ਹੋਇਆ ਸੀ। ਤੇ ਜਦੋਂ ਉਸਨੇ ਮੇਰਾ ਵਿਆਹ ਆਪਣੇ ਭਤੀਜੇ ਨਾਲ ਕਰਵਾਇਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਸ਼ਾਇਦ ਮੈਨੂੰ ਆਪਣੀ ਚਾਚੀ ਦੇ ਭਤੀਜੇ ਨਾਲੋਂ ਵਧੀਆ ਤੇ ਬੁੱਧੀਮਾਨ ਪਤੀ ਕਿਤੇ ਨਹੀਂ ਮਿਲ ਸਕਦਾ। ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਹਾਂ ਤੇ ਬਹੁਤ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਹਾਂ। ਸੋ ਦੋਸਤੋ, ਤੁਸੀਂ ਹੀ ਦੱਸਿਓ ਕਿ ਮੈਂ ਇਸ ਵਿੱਚ ਚਾਚੀ ਨੂੰ ਮਾਫ ਕਰਕੇ ਸਹੀ ਕੀਤਾ ਜਾਂ ਗਲਤ, ਜਾਂ ਮੈਨੂੰ ਉਸ ਨੂੰ ਵੀ ਉਹੀ ਸਜ਼ਾ ਦਿਵਾਉਣੀ ਚਾਹੀਦੀ ਸੀ ਜੋ ਉਸਨੇ ਮੇਰੇ ਨਾਲ ਕੀਤਾ ਸੀ।